किसान बिल्लां बारे ते नाल ਜਿਹੜਾ ਬੀਜੇਪੀ ਦਾ ਜਿੰਨਾ ਵੀ ਉਹਨਾਂ ਦਾ ਇੱਕ ਨਾਨ ਡੈਮੋਕ੍ਰੈਟਿਕ ਜਿਹੜੀ ਅਪਰੋਚ ਹੈ ਇਸ ਕੰਟਰੀ ਲਈ ਉਹਦੇ ਬਾਰੇ ਸੋ ਉਹ ਉਹਨਾਂ ਨੂੰ ਜਾਣਕਾਰੀ ਦੇ ਰਹੇ ਆ ਉਹਨਾਂ ਨੂੰ ਇਨਕਰੇਜ ਕਰ ਰਿਹਾ ਕਿ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਏ ਕਿਉਂਕਿ ਉਹਨਾਂ ਦੀ ਜਿਹੜੀ ਅਪਰੋਚ ਹੈਗੀ ਇਸ ਕੰਟਰੀ ਵੱਲ ਉਹ ਬਿਲਕੁਲ ਜਿਹੜੀ ਹੈ ਲੋਕਤੰਤਰ ਦੇ ਖਿਲਾਫ ਹੈ। ਜਿਹੜਾ ਇੱਕ ਤਰੀਕਾ ਹੈ ਕਿ ਰਾਤੋਂ ਰਾਤ ਜਿਹੜੀ ਵੀ ਚੀਜ਼ ਹੈ ਉਹ ਇਨਫੋਰਸ ਕਰ ਦੋ ਕੰਟਰੀ ਤੇ ਉਹ ਕਿੱਥੋਂ ਦਾ ਤਰੀਕਾ ਹੈ ਕੀ ਤਰੀਕਾ ਹੈ। ਨੋਟਬੰਦੀ ਦੇ ਵਿੱਚ ਲੋਕਾਂ ਨੇ ਸੁਸਾਈਡਸ ਕਮਿਟ ਕੀਤੀਆਂ ਜੀ ਕਿਉਂਕਿ ਉਹਨਾਂ ਨੂੰ ਰਾਤੋਂ ਰਾਤ ਜਿਹੜਾ ਕੁਝ ਸੀ ਹੱਥੋਂ ਸਾਰੇ ਪੈਸੇ ਚਲੇ ਗਏ। ਲੋਕਤੰਤਰ ਦੀ ਅਪਰੋਚ ਤਾਂ ਕਿਤੇ ਵੀ ਨਹੀਂ ਜੀ। ਪਹਿਲੀ ਗੱਲ ਤੇ ਇਹ ਜਿਹੜੇ ਕਾਨੂੰਨ ਪਾਸ ਕੀਤੇ ਗਏ ਉਹ ਨਾਨ ਕਨਸਟੀਟਿਊਸ਼ਨਲ ਤਰੀਕੇ ਨਾਲ ਪਾਸ ਕੀਤੇ ਗਏ। ਸਿੱਧਾ ਸੰਵਿਧਾਨ ਦੀਆਂ ਤਾਂ ਆਪਾਂ ਹਰ ਜਗ੍ਹਾ ਤੇ ਤਾਂ ਜਿਉਂ ਉਡਾ ਰਹੇ ਹੈਗੇ ਉਹ ਲੋਕਤਾਂਤਰਿਕ ਸੀ। ਪੈਸੇ ਕਮਾਉਣ ਦੇ ਲਈ ਤੁਸੀਂ ਤਾਂ ਪੱਗ ਬੰਨ ਲੈਂਦੇ ਹੋ ਪੱਗ ਦੀ ਇੱਜ਼ਤ ਕਿੱਥੇ ਹੈ। ਐਂਡ ਅਸੀਂ ਕ੍ਰਾਸ ਕੀਤਾ ਉੱਥੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਸਾਈਡ ਤੋਂ ਅਪਰੂਵਡ ਸਾਈਡ ਸੀ ਜਿੱਥੋਂ ਲੰਘਣਾ ਸੀਗਾ ਉਸ ਸਾਈਡ ਤੇ ਬੈਰੀਕੇਡਿੰਗ ਕੀਤੀ ਹੋਈ ਸੀ। ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸੀਗਾ ਇਹ ਟੈਰਰਿਜ਼ਮ ਵਾਲਾ ਕਿ ਖਾਲਿਸਤਾਨੀ ਬੈਠੇ ਤੇ ਟੈਰਰਿਸਟ ਬੈਠੇ ਆ ਸੋ ਇਹ ਬ੍ਰੇਕ ਕਰਨਾ ਬੜਾ ਜ਼ਰੂਰੀ ਸੀ ਕਿ ਜੇ ਅਸੀਂ ਜਾ ਰਹੇ ਹਾਂ ਅਸੀਂ ਕੁੜੀਆਂ ਜਾ ਰਹੀਆਂ ਉੱਥੇ ਕੱਲੀਆਂ ਕੁੜੀਆਂ ਵੀ ਜਾ ਰਹੀਆਂ ਹੈਗੀਆਂ ਉੱਥੇ ਸਾਨੂੰ ਕੁਝ ਨਹੀਂ ਹੋ ਰਿਹਾ ਤੇ ਕਿੱਥੇ ਹੈ ਟੈਰਰਿਸਟ ਸਾਨੂੰ ਕਿਉਂ ਨਹੀਂ ਟੈਰਰਿਸਟ ਦਿਖ ਰਹੇ ਤੇ ਉਹਦੇ ਕਰਕੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਹੋਰ ਲੇਡੀਜ਼ ਨੂੰ ਇਨਸਪਾਇਰ ਕਰੀਏ। ਇਹਨਾਂ ਦੀ ਮੈਡੀਕਲ ਟੀਮ ਨੇ ਸਾਰਿਆਂ ਦਾ ਇਲਾਜ ਕੀਤਾ। ਅੱਛਾ ਇਹਨਾਂ ਨੇ ਪੁਲਿਸ ਵਾਲਿਆਂ ਦਾ ਵੀ ਇਲਾਜ ਕੀਤਾ ਇਹਨਾਂ ਨੇ ਆਰਮੀ ਦਾ ਵੀ ਇਲਾਜ ਕੀਤਾ ਇਹਨਾਂ ਨੇ ਫਾਰਮਰਸ ਦਾ ਵੀ ਇਲਾਜ ਕੀਤਾ ਤੇ ਇਹਨਾਂ ਦੇ ਵੋਲੰਟੀਅਰ ਉੱਥੇ ਜਦੋਂ ਪੁਲਿਸ ਵਾਲੇ ਦੀ ਸਟਿਚਿੰਗ ਕਰ ਰਹੇ ਸੀਗੇ ਪਿੱਛੋਂ ਉਹਨਾਂ ਨੇ ਆ ਕੇ ਉਸੇ ਵੋਲੰਟੀਅਰ ਦਾ ਸਿਰ ਪਾੜਤਾ ਫੋਰਸਸ ਨੇ ਆ ਕੇ। ਓਕੇ ਸੋ ਇੱਕ ਵਲੰਟੀਅਰ ਦੀ ਬਾਂਹ ਟੁੱਟੀ ਹੋਈ ਸੀ ਇੱਕ ਦਾ ਸਿਰ ਪਾਟ ਗਿਆ ਸੀ ਉਹ ਜਾ ਚੁੱਕਿਆ ਸੀ ਐਂਬੂਲੈਂਸ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨਾਂ ਨੇ ਐਂਬੂਲੈਂਸ ਪਾ ਕੇ ਹਸਪੀਟਲਸ ਭੇਜਿਆ। ਅੱਛਾ ਔਰ ਇਹਨਾਂ ਦੇ ਮੈਡੀਕਲ ਵੋਲੰਟੀਅਰਸ ਜਿਨ੍ਹਾਂ ਨੇ ਮੈਡੀਕਲ ਜੈਕਟਸ ਪਾਈਆਂ ਹੋਈਆਂ ਉਹਨਾਂ ਨੂੰ ਹੀ ਇਹ ਫੋਰਸ ਜਿਹੜੀ ਸੀ ਕੁੱਟ ਰਹੀ ਸੀ। ਇੱਕ ਤਾਂ ਜੇ ਲੱਖਾ ਸਦਾਨਾ ਐਕਚੁਅਲੀ ਕਲਪ੍ਰਿਟ ਹੈ ਮੈਨੂੰ ਨਹੀਂ ਪਤਾ ਹੈ ਜਾਂ ਨਹੀਂ ਹੈ ਤੇ ਜੇ ਉਹਨਾਂ ਦੇ ਨਾਮ ਤੇ ਇਨਾਮ ਉਹਨਾਂ ਦੇ ਸਿਰ ਤੇ ਇਨਾਮ ਹੈ ਸਭ ਕੁਝ ਹੈ ਤਾਂ ਫਿਰ ਉਹ ਓਪਨਲੀ ਕਿਵੇਂ ਘੁੰਮ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੇ ਸ਼ੁਰੂ ਤੋਂ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਮੰਡ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ ਤੇ ਅਸੀਂ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਪੂਜਾ ਜੀ ਕਿਸਾਨ ਅੰਦੋਲਨ ਇਸ ਵੇਲੇ ਬਿਲਕੁਲ ਸਿਖਰ ਤੇ ਜਾ ਰਿਹਾ ਹੈ। ਹਰ ਕੋਈ ਸ਼ਖਸ ਉਸ ਵਿੱਚ ਆਪਣੇ ਹਿਸਾਬ ਦੇ ਨਾਲ ਉਸ ਵਿੱਚ ਹਿੱਸਾ ਪਾ ਰਿਹਾ, ਕੋਈ ਕਿਸ ਤਰ੍ਹਾਂ ਪਾ ਰਿਹਾ, ਕੋਈ ਕਿਸੇ ਤਰ੍ਹਾਂ ਪਾ ਰਿਹਾ, ਕੋਈ ਉੱਥੇ ਟਰਾਲੀਆਂ ਦੇ ਵਿੱਚ ਕੁਝ ਲੈ ਕੇ ਜਾ ਰਿਹਾ, ਕੋਈ ਕੁਝ ਲੈ ਕੇ ਜਾ ਰਿਹਾ। ਤੇ ਜੇ ਗੱਲ ਕੀਤੀ ਜਾਵੇ ਗਰਲਸ ਦੀ, ਕੁੜੀਆਂ ਦੀ, ਉਹ ਵੀ ਬਿਲਕੁਲ ਅੱਗੇ ਹੋ ਕੇ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਨੇ ਜੀ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਬਹੁਤ ਸਾਰੇ ਖਿਆਲ ਮਨ ਚ ਆਉਂਦੇ ਸੀ ਲੋਕਾਂ ਦੇ ਕਿ ਉੱਥੇ ਜਾ ਕੇ ਕੁੜੀਆਂ ਕਿੰਨੀਆਂ ਕੁ ਸੇਫ ਨੇ ਜਾਂ ਉੱਥੇ ਦਾ ਮਾਹੌਲ ਕਿੱਦਾਂ ਦਾ ਹੈ, ਉੱਥੇ ਕਿਸ ਤਰੀਕੇ ਦੇ ਨਾਲ ਲੋਕ ਰਹਿ ਰਹੇ ਨੇ। ਤੇ ਹੁਣ ਜਦੋਂ ਕਿ ਕਿਸਾਨ ਅੰਦੋਲਨ ਨੂੰ ਚੱਲਦੇ ਹੋਏ 3 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਰੁਝਾਨ ਜਿਹੜਾ ਆ, ਲੋਕਾਂ ਦਾ ਇੰਟਰਸਟ ਜਿਹੜਾ ਉਧਰ ਘਟਦਾ ਨਜ਼ਰ ਆ ਰਿਹਾ ਹੈ। ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਪਤਾ ਨਹੀਂ ਕਦੋਂ ਹੱਲ ਹੋਵੇਗਾ, ਪਰ ਸਾਡੇ ਕਿਸਾਨ ਹਜੇ ਵੀ ਉੱਥੇ ਡਟੇ ਹੋਏ ਨੇ ਤੇ ਹਜੇ ਵੀ ਇੱਕੋ ਹੀ ਗੱਲ ਤੇ ਅੜੇ ਹੋਏ ਨੇ ਕਿ ਆਪਣੇ ਹੱਕ ਲੈ ਕੇ ਅਸੀਂ ਵਾਪਸ ਆਵਾਂਗੇ, ਉਸ ਤੋਂ ਬਗੈਰ ਅਸੀਂ ਉੱਥੋਂ ਨਹੀਂ ਹਿੱਲਾਂਗੇ। ਤੇ ਅੱਜ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਨ ਦੇ ਪਿੱਛੇ ਜਿਹੜਾ ਸਾਡਾ ਮਕਸਦ ਹੈ ਉਹ ਇਹ ਹੈ ਕਿ ਜਿਵੇਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵਾਂ ਚਿਹਰਾ ਲੈ ਕੇ ਆਉਂਦੇ ਹਾਂ ਤੁਹਾਡੇ ਸਾਹਮਣੇ, ਉੱਦਾਂ ਹੀ ਅੱਜ ਸਾਡੇ ਨਾਲ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਇਨਸਾਨ ਜਿਹੜੇ ਨੇ ਉਹ ਮੌਜੂਦ ਨੇ ਇਸ ਪ੍ਰੋਗਰਾਮ ਦੇ ਵਿੱਚ। ਉਹਨਾਂ ਦਾ ਅਸੀਂ ਸਵਾਗਤ ਕਰਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਇਹਨੇ ਜੀ ਕਿਰਨ ਢਿੱਲੋਂ ਜੀ ਜੋ ਕਿ ਡਾਟਰ ਆਫ ਫਾਰਮਰ ਦੀ ਇੱਕ ਲਹਿਰ ਇਹਨਾਂ ਨੇ ਚਲਾਈ ਸੀ ਕਿਸਾਨ ਅੰਦੋਲਨ ਦੇ ਵਿੱਚ ਤੇ ਉਹ ਹਜੇ ਤੱਕ ਚੱਲ ਰਹੀ ਹੈ। ਇਹ ਡਾਟਰਸ ਆਫ ਫਾਰਮਰ ਦੀ ਲਹਿਰ ਹੈ ਕੀ ਹੈ ਔਰ ਇਹ ਕਿੱਦਾਂ ਸਟਾਰਟ ਹੋਈ ਹੈ ਔਰ ਹਜੇ ਤੱਕ ਇਸ ਨੂੰ ਕਿਵੇਂ ਨੇਪਰੇ ਚਾੜਿਆ ਜਾ ਰਿਹਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਅੱਜ ਮੈਮ ਦੇ ਨਾਲ ਕਰਾਂਗੇ। ਸੋ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਪੂਜਾ, ਥੈਂਕ ਯੂ ਦਵਿੰਦਰ।
ਸੋ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਅੰਦੋਲਨ ਦੀ। ਕਿਸਾਨ ਅੰਦੋਲਨ ਨੂੰ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਰੁਝਾਨ ਹੁਣ ਇਸ ਵੱਲ ਨੂੰ ਘਟ ਰਿਹਾ ਹੈ ਤੇ ਆਪਣੇ ਕੰਮਾਂ ਕਾਰਾਂ ਵੱਲ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਿਆ? ਨਹੀਂ ਪੂਜਾ, ਇਦਾਂ ਦਾ ਕੁਝ ਨਹੀਂ ਹੈ। ਸ਼ੁਰੂ ਤੋਂ ਅਸੀਂ ਜਾ ਰਹੇ ਹਾਂ ਉੱਥੇ, ਹੁਣੇ ਵੀ ਜਾਂਦੇ ਰਹਿੰਦੇ ਆ, ਇਸ ਮਹੀਨੇ ਵੀ ਜਾ ਕੇ ਆਏ ਆ, ਹੁਣੇ 29 ਨੂੰ ਫੇਰ ਜਾਣਾ ਹੈ। ਜੋ ਮੈਂ ਹਾਲੇ ਵੀ ਦੇਖਿਆ ਹੈ, ਇਵਨ ਇਸ ਮਹੀਨੇ ਲਾਸਟ ਵਿਜ਼ਿਟ ਤੇ ਵੀ, ਜਿਹੜੀ ਕਿ ਹਾਲੇ 10 ਦਿਨ ਵੀ ਨਹੀਂ ਹੋਏ, ਹਫਤਾ ਵੀ ਨਹੀਂ ਹੋਇਆ ਬੇਸਿਕਲੀ, ਉਨੇ ਹੀ ਲੋਕ ਉੱਥੇ ਹੈ, ਉਨੇ ਹੀ ਬੈਠੇ ਹੈ। ਆਲਦੋ ਇਹ ਜਿਹੜਾ ਟਾਈਮ ਹੈ ਆਪਣਾ ਪੰਜਾਬ ਦੇ ਵਿੱਚ ਜਾਂ ਹਰ ਜਗ੍ਹਾ ਤੇ, ਇਹ ਵਾਢੀ ਦਾ ਟਾਈਮ ਹੈ, ਫਸਲਾਂ 'ਚ ਲੋਕ ਥੋੜੇ ਬਿਜ਼ੀ ਹੈ, ਕਿਸਾਨਾਂ ਨੇ ਵਾਪਸ ਵੀ ਆਉਣਾ ਹੈ, ਪਰ ਉਹਨਾਂ ਨੇ ਨਾ ਹਰ ਚੀਜ਼ ਦਾ ਸਿਸਟਮ ਬਣਾ ਰੱਖਿਆ ਇਸ ਟਾਈਮ ਤੇ, ਔਰ ਰੋਟੇਸ਼ਨਸ ਬਣਾ ਲੀਆਂ। 10 ਜਣੇ ਚਲੇ ਗਏ, 10 ਜਣੇ ਆ ਗਏ, ਜੱਥੇ ਜਿਹੜੇ ਹੈਗੇ ਉਹ ਰੋਟੇਸ਼ਨ ਤੇ ਜਾ ਰਹੇ ਹੈ। ਸੋ ਬਲਕਿ ਉਹ ਹੋਰ ਵੀ ਸਿਸਟਮੈਟਿਕ ਹੋ ਗਿਆ। ਪਹਿਲਾਂ ਸੀਗਾ ਕਿ ਕੋਈ ਚਲਾ ਗਿਆ, ਕੋਈ ਆ ਗਿਆ, ਕੋਈ ਰਹਿ ਰਿਹਾ ਹੈ, ਕੋਈ ਨਹੀਂ ਰਹਿ ਰਿਹਾ ਹੈ, ਕੋਈ ਡੇ ਵਿਜ਼ਿਟ ਕਰ ਰਿਹਾ ਹੈ, ਪਰ ਹੁਣ ਤੇ ਜਿਵੇਂ ਜਿਵੇਂ ਟਾਈਮ ਵੱਧਦਾ ਜਾ ਰਿਹਾ ਹੈਗਾ, ਕਿਉਂਕਿ ਇਹ ਜ਼ਰੂਰੀ ਹੈ, ਉਹਨਾਂ ਨੇ ਉੱਥੇ ਬੈਠਣਾ ਹੀ ਬੈਠਣਾ ਹੈ, ਇਸ ਨੂੰ ਉਹ ਹੋਰ ਸਿਸਟਮੈਟਿਕ ਤਰੀਕੇ ਨਾਲ ਅਰੇਂਜ ਕਰ ਰਿਹਾ ਹੈ ਤਾਂ ਕਿ ਉੱਥੇ ਆਪਣੀ ਜਿਹੜੀ ਲੋਕਾਂ ਦੀ ਗਿਣਤੀ ਹੈ ਉਹ ਨਾ ਘਟੇ, ਐਂਡ ਜਿਹੜਾ ਆਪਣਾ ਅੰਦੋਲਨ ਹੈ ਉਹਨੇ ਜ਼ੋਰ ਸ਼ੋਰ ਤੇ ਚੱਲਦਾ ਰਹੇ। ਇਸ ਤੋਂ ਬਿਨਾਂ ਜਿਹੜੀ ਦੂਸਰੀ ਇੱਕ ਚੀਜ਼ ਬੜੀ ਵਧੀਆ ਪ੍ਰੋਗਰੈਸ ਜਿਹੜੀ ਹੋਈ ਆਪਣੀ ਹੋਇਆ ਕਿ ਪਹਿਲਾਂ ਆਪਣਾ ਜ਼ਿਆਦਾ ਰੌਲਾ ਜਿਹੜਾ ਸੀਗਾ ਉਹ ਪੈ ਰਿਹਾ ਸੀ ਦਿੱਲੀ ਦੇ ਆਸ-ਪਾਸ, ਸਿੰਘੂ, ਗਾਜ਼ੀਪੁਰ, ਟਿਕਰੀ, ਰਾਜਸਥਾਨ, ਹਰਿਆਣਾ, ਯੂਪੀ, ਜਿੱਥੇ ਬਹੁਤ ਜ਼ਿਆਦਾ ਜਿਹੜਾ ਹਾਈਲਾਈਟ ਹੋ ਰਿਹਾ ਸੀਗਾ। ਆਲਦੋ ਪ੍ਰੋਟੈਸਟ ਪਹਿਲਾਂ ਵੀ ਹਰ ਜਗ੍ਹਾ ਹੋ ਰਹੇ ਸੀ, ਪਹਿਲਾਂ ਨਾਸਿਕ ਹੋਏ, ਕਰਨਾਟਕਾ ਹੋਏ, ਹਰ ਜਗ੍ਹਾ ਹੋਏ, ਪਰ ਇਸ ਟਾਈਮ ਤੇ ਜਿਹੜਾ ਆਪਣਾ ਸੰਯੁਕਤ ਕਿਸਾਨ ਮੋਰਚਾ ਹੈ, ਉਹਨੇ ਜਿਹੜਾ ਇਹੀ ਮੋਰਚਾ ਇੱਥੋਂ ਸ਼ੁਰੂ ਕਰਕੇ ਪੂਰੇ ਦੇਸ਼ 'ਚ ਲੈ ਗਿਆ ਜੀ। ਬੰਗਾਲ ਦੇ ਇਲੈਕਸ਼ਨਸ ਦੇ ਟਾਈਮ ਤੇ ਆਪਣੇ ਸਾਰੇ ਨੇਤਾ ਉੱਥੇ ਬੈਠੇ ਹੈਗੇ ਹੈ, ਆਪਣੇ ਸਾਰੇ ਲੀਡਰ ਉੱਥੇ ਬੈਠ ਕੇ ਲੋਕਾਂ ਨੂੰ ਬੇਸਿਕਲੀ ਜਾਗਰੂਕ ਕਰ ਰਹੇ ਹੈ ਕਿਸਾਨ ਬਿੱਲਾਂ ਬਾਰੇ, ਤੇ ਨਾਲ ਨਾਲ ਜਿਹੜਾ ਬੀਜੇਪੀ ਦਾ ਜਿੰਨਾ ਵੀ ਉਹਨਾਂ ਦਾ ਇੱਕ ਨਾਨ ਡੈਮੋਕ੍ਰੈਟਿਕ ਜਿਹੜੀ ਅਪਰੋਚ ਹੈ ਇਸ ਕੰਟਰੀ ਲਈ, ਉਹਦੇ ਬਾਰੇ। ਸੋ ਉਹ ਉਹਨਾਂ ਨੂੰ ਜਾਣਕਾਰੀ ਦੇ ਰਹੇ ਹੈ, ਉਹਨਾਂ ਨੂੰ ਇਨਕਰੇਜ ਕਰ ਰਹੇ ਹੈ ਕਿ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਏ, ਕਿਉਂਕਿ ਉਹਨਾਂ ਦੀ ਜਿਹੜੀ ਅਪਰੋਚ ਹੈਗੀ ਇਸ ਕੰਟਰੀ ਵੱਲ ਉਹ ਬਿਲਕੁਲ ਜਿਹੜੀ ਹੈ ਲੋਕਤੰਤਰ ਦੇ ਖਿਲਾਫ ਹੈ। ਧਰਮ ਦੇ ਨਾਮ ਤੇ ਲੜਾਈਆਂ, ਫਰੀडम ਆਫ ਸਪੀਚ ਨੂੰ ਖਤਮ ਕੀਤਾ ਜਾ ਰਿਹਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇੱਕ ਲਹਿਰ ਜਿਹੜੀ ਉਹਨਾਂ ਨੇ ਚਲਾਈ ਹੋਈ ਹੈ। ਬੰਗਾਲ ਗਏ ਹੈ, ਕਰਨਾਟਕਾ ਗਏ ਹੈ, ਜਗ੍ਹਾ ਜਗ੍ਹਾ ਤੇ ਬੈਠੇ ਹੈ ਇਸ ਟਾਈਮ ਤੇ। ਤੋ ਦੈਟਸ ਅ ਬਿਊਟੀਫੁਲ ਥਿੰਗ। ਸੋ ਆਪਾਂ 3 ਮਹੀਨੇ ਦੀ ਗੱਲ ਕਰ ਰਹੇ ਹੈਗੇ ਆ, 3 ਮਹੀਨੇ ਦੇ ਵਿੱਚ ਘਟਣ ਦੀ ਬਜਾਏ ਜਿਹੜਾ ਇਹ ਅੰਦੋਲਨ ਹੈ ਇਸ ਟਾਈਮ ਤੇ ਪੂਰੇ ਦੇਸ਼ ਦੇ ਵਿੱਚ ਸਪਰੈਡ ਹੋ ਚੁੱਕਿਆ। ਪਰ ਮੈਮ ਪਿੱਛੇ ਜੇ ਖਬਰਾਂ ਉੱਡੀਆਂ ਸੀ ਕਿ ਅੰਦੋਲਨ ਘਟ ਰਿਹਾ ਹੈ, ਲੋਕ ਵਾਪਸ ਜਾ ਰਹੇ ਨੇ, ਤੁਸੀਂ ਉੱਥੇ ਰਹਿ ਕੇ ਆ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਲੋਕ ਵਾਪਸ ਜਾ ਰਹੇ ਨੇ? ਲੋਕ ਜਿੰਨੇ ਵਾਪਸ ਜਾਂਦੇ ਉਹਨੇ ਹੋਰ ਆਉਂਦੇ ਆ। ਐਜ਼ ਅ ਸੈਡ ਕਿ ਲੋਕ ਰੋਟੇਸ਼ਨ ਤੇ ਜਾ ਆ ਰਹੇ ਹੈ। ਸੋ ਇਸ ਲਈ ਜਦੋਂ ਮੀਡੀਆ ਜੋ ਦਿਖਾਉਂਦਾ ਹੈ, ਜੋ ਮੇਨ ਸਟ੍ਰੀਮ ਮੀਡੀਆ 'ਚ ਅਸੀਂ ਨੋਟਿਸ ਕੀਤਾ ਹੈ, ਉਹ ਦਿਖਾਉਂਦਾ ਹੈ ਜਿਹੜਾ ਨੈਗੇਟਿਵ ਸਾਈਡ ਹੈ, ਜਿਹਨੂੰ ਨੈਗੇਟਿਵ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਸਕਦਾ ਹੈ। ਨੈਗੇਟਿਵ ਸਾਈਡ ਵੀ ਨਹੀਂ ਹੈ। ਉਹ ਲੋਕਾਂ ਨੇ ਕੰਮ ਵੀ ਕਰਨੇ ਕਰੇ, ਠੀਕ ਹੈ, ਲੋਕਾਂ ਨੇ ਉੱਥੇ ਵੀ ਬੈਠਣਾ ਹੈਗਾ। ਲਾਈਫ ਤੇ ਕਿਸਾਨਾਂ ਦੀ ਲਾਈਫ ਤੇ ਉਵੇਂ ਦੀ ਉਵੇਂ ਹੈ ਨਾ, ਕੰਮ ਤਾਂ ਖੇਤਾਂ 'ਚ ਓਨੇ ਹੈਗੇ ਆ। ਸੋ ਲੋਕ ਆ ਰਹੇ ਆ, ਜਾ ਰਹੇ ਆ, ਉਹ ਜਾਂਦੇ ਹੋਏ ਤਾਂ ਦਿਖਾ ਦਿੰਦੇ ਆ, ਪਰ ਆਉਂਦੇ ਹੋਏ ਕਿਉਂ ਨਹੀਂ ਦਿਖਾਉਂਦੇ? ਜੀ ਇਹ ਗੱਲ ਤਾਂ ਹੈ। ਪਰ ਮੈਮ ਲੋਕਤੰਤਰ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਸਾਡਾ ਦੇਸ਼ ਜਿਹੜਾ ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਹੈ ਕਿ ਲੋਕਤੰਤਰ ਹੋਣਾ ਬਹੁਤ ਜ਼ਰੂਰੀ ਹੈ, ਔਰ ਲੋਕਤੰਤਰ ਹੈ। ਪਰ ਜਦੋਂ ਦੀ ਸਰਕਾਰ ਆਈ ਹੈ, ਬੀਜੇਪੀ ਸਰਕਾਰ ਆਈ ਹੈ, ਹੁਣ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ। GST ਲੱਗ ਗਈ ਹੈ, ਫਿਰ ਉਸ ਤੋਂ ਬਾਅਦ ਨੋਟਬੰਦੀ ਵੀ ਹੋ ਗਈ ਸੀ, ਤੇ ਇੱਕਦਮ ਫਿਰ ਕਿਸਾਨਾਂ ਦੇ ਲਈ ਜਿਹੜੇ ਕਿਸਾਨ ਕਾਨੂੰਨ ਬਿੱਲ ਹੈਗੇ ਆ ਉਹ ਪਾਸ ਕਰ ਦਿੱਤੇ ਗਏ, ਤੇ ਹੁਣ ਜਿਹੜੀ ਵੀ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਵਾਰ। ਤੇ ਕਿੱਥੇ ਦਾ ਲੋਕਤੰਤਰ ਹੈ ਇਹ? ਲੋਕਤੰਤਰ ਤੇ ਕਿਤੇ ਵੀ ਨਹੀਂ ਰਹਿ ਗਿਆ ਪੂਜਾ। ਸਾਰਿਆਂ ਦੇ ਸਾਹਮਣੇ ਹੀ ਹੈ। ਇਵਨ ਜਿਹੜੀਆਂ ਚੀਜ਼ਾਂ ਲੋਕਤੰਤਰਿਕ ਤਰੀਕੇ ਨਾਲ ਵੀ ਕਰ ਰਹੇ ਆ, ਉਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕਿੰਨੀ ਗਲਤ ਹੈ। GST ਠੀਕ ਹੈ, ਪ੍ਰੋਬੇਬਲੀ ਇੰਟੈਂਸ਼ਨਸ ਵਰ ਰਾਈਟ, ਆਪਾਂ ਨਹੀਂ ਕਹਿ ਸਕਦੇ ਕਿ ਹਰ ਵਾਰ ਸਰਕਾਰ ਦੀਆਂ ਇੰਟੈਂਸ਼ਨਸ ਗਲਤ ਸੀਗੀਆਂ। ਐਟਲੀਸਟ ਉਸ ਟਾਈਮ ਤੱਕ ਤਾਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਸੀ, ਲੱਗਦਾ ਸੀ ਕਿ ਸ਼ਾਇਦ ਕੁਝ ਚੰਗੇ ਲਈ ਹੋ ਰਿਹਾ ਹੋਵੇ, ਪਰ ਇੰਪਲੀਮੈਂਟੇਸ਼ਨ ਜਿਹੜੀ ਹੈ, ਉਹ ਜਿਹੜੀ ਅਪਰੋਚ ਹੈ ਉਹ ਕਿੰਨੀ ਗਲਤ ਹੈ। ਨੋਟਬੰਦੀ ਦੀ ਜਿਹੜੀ ਇੰਪਲੀਮੈਂਟੇਸ਼ਨ ਸੀ ਉਹ ਕਿੰਨੀ ਗਲਤ ਸੀ। ਲਾਕਡਾਊਨ ਜਦੋਂ ਲਾਸਟ ਈਅਰ ਹੋਇਆ ਉਸ ਦੀ ਜਿਹੜੀ ਇੰਪਲੀਮੈਂਟੇਸ਼ਨ ਸੀ, ਅਗੇਨ ਜਿਹੜਾ ਇੱਕ ਤਰੀਕਾ ਹੈ ਕਿ ਰਾਤੋਂ ਰਾਤ ਜਿਹੜੀ ਵੀ ਚੀਜ਼ ਹੈ ਉਹ ਇਨਫੋਰਸ ਕਰ ਦਿਓ ਕੰਟਰੀ ਤੇ, ਉਹ ਕਿੱਥੋਂ ਦਾ ਤਰੀਕਾ ਹੈ? ਕੀ ਤਰੀਕਾ ਹੈ? ਨੋਟਬੰਦੀ ਦੇ ਵਿੱਚ ਲੋਕਾਂ ਨੇ ਸੁਸਾਈਡਸ ਕਮਿਟ ਕੀਤੀਆਂ ਕਿਉਂਕਿ ਉਹਨਾਂ ਨੂੰ ਰਾਤੋਂ ਰਾਤ ਜਿਹੜਾ ਕੁਝ ਸੀ ਹੱਥੋਂ ਸਾਰੇ ਪੈਸੇ ਚਲੇ ਗਏ। ਹਰੇਕ ਦੇ ਥੋੜੇ ਨਾ ਬੈਂਕ ਅਕਾਊਂਟ ਸੀਗੇ, ਹਰ ਕੋਈ ਥੋੜੇ ਨਾ ਬੈਂਕਾਂ ਦੀਆਂ ਲਾਈਨਾਂ 'ਚ ਜਾ ਕੇ ਆਪਣੀ ਮਨੀ ਐਕਸਚੇਂਜ ਕਰਾ ਸਕਦਾ ਸੀ। ਲੋਕਾਂ ਨੇ ਘਰੇ ਆਪਣੇ ਬੱਚਿਆਂ ਦੇ ਵਿਆਹ ਰੱਖੇ ਹੋਏ ਸੀ, ਲੋਕਾਂ ਦੀਆਂ ਇੰਨੀਆਂ ਹੋਰ ਲਾਇਬਿਲਿਟੀਜ਼ ਸੀਗੀਆਂ। ਉਸ ਟਾਈਮ ਤੇ ਕਿੰਨੀਆਂ ਸੁਸਾਈਡਸ ਹੋਈਆਂ, ਕਿੰਨੇ ਲੋਕ ਹੈਗੇ ਜਿਹੜੇ ਬੈਂਕਾਂ ਦੀਆਂ ਲਾਈਨਾਂ ਦੇ ਵਿੱਚ ਖੜੇ ਮਰ ਗਏ। ਕੌਣ ਰਿਸਪੌਂਸਿਬਲ ਹੈ?
ਸਰਕਾਰ ਨੇ ਰਾਤੋਂ ਰਾਤ ਨੋਟਬੰਦੀ ਜਿਹੜੀ ਸੀਗੀ ਉਹ ਇਨਫੋਰਸ ਤਾਂ ਕਰ ਦਿੱਤੀ, ਪਰ ਉਹਦੇ ਵਿੱਚ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ, ਜਿਹੜਾ ਇਸ ਦੇਸ਼ ਦਾ ਨੁਕਸਾਨ ਹੋਇਆ ਤੇ ਜਿਹੜੀਆਂ ਜਾਨਾਂ ਗਈਆਂ, ਉਹ ਜਾਨਾਂ ਲਈ ਕੌਣ ਜ਼ਿੰਮੇਦਾਰ ਹੈ? ਉਹ ਕੁਐਸਚਨ ਕੋਈ ਕਿਉਂ ਨਹੀਂ ਪੁੱਛਦਾ? ਉਸ ਤੋਂ ਬਿਨਾਂ ਇਵਨ ਜਦੋਂ ਆਪਣਾ ਕੋਵਿਡ ਦਾ ਲੋਕਡਾਊਨ ਹੋਇਆ ਹੈ, ਉਸ ਟਾਈਮ ਤੇ ਵੀ ਰਾਤੋਂ ਰਾਤ ਤੁਸੀਂ ਇਹ ਲਾਗੂ ਤਾਂ ਕਰਤਾ ਕਿ ਜੀ ਸਵੇਰੇ ਤੋਂ ਲੋਕਡਾਊਨ ਹੋ ਗਿਆ, ਪਰ ਲੋਕ ਇੰਨੇ ਜਿਹੜੇ ਫਸੇ ਹੋਏ ਸੀਗੇ, ਜਿਨ੍ਹਾਂ ਦੇ ਦੂਸਰੀ ਜਗ੍ਹਾ ਤੇ ਬੈਠੇ ਸੀ, ਇੰਨੇ ਆਪਣੇ ਮਾਈਗ੍ਰੈਂਟਸ ਵਰਕਰ ਸੀਗੇ ਜਿਹੜੇ ਅਲੱਗ-ਅਲੱਗ ਸਟੇਟਸ ਦੇ ਵਿੱਚ ਫਸੇ ਹੋਏ ਸੀ, ਕਿੰਨਾ ਸਫਰ ਕੀਤਾ ਹੈ ਜੀ। ਤੁਸੀਂ ਜੇ ਲਾਗੂ ਕਰ ਰਹੇ ਹੋ ਕੋਈ ਚੀਜ਼, ਇੱਕ ਸਿਸਟਮ ਤਾਂ ਬਣਾਓ, ਕੋਈ ਤਰੀਕਾ ਤਾਂ ਹੁੰਦਾ ਹੈ ਚੀਜ਼ ਨੂੰ ਕਰਨ ਦਾ, ਉਹਨਾਂ ਨੂੰ ਵਾਪਸ ਘਰੇ ਕਿਵੇਂ ਪਹੁੰਚਾਣਾ ਹੈ, ਕੁਝ ਤਾਂ ਫਿਗਰ ਆਊਟ ਕਰੋ ਨਾ। ਉਹਨਾਂ ਨੂੰ ਤੁਸੀਂ ਸੜਕਾਂ ਤੇ ਮਰਨ ਲਈ ਛੱਡ ਦਿੱਤਾ। ਅਗੇਨ ਉਸ ਟਾਈਮ ਤੇ ਕਿੰਨੇ ਲੋਕ ਹੈ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ, ਕਿੰਨੇ ਲੋਕ ਹੈ ਜਿਨ੍ਹਾਂ ਨੇ ਸਫਰ ਕੀਤਾ, ਕਿੰਨੇ ਲੋਕ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਸੀ ਉਹ ਖਤਮ ਕਰਤੀ। ਲੋਕ ਭੁੱਖੇ ਮਰਦੇ ਗਏ ਆ ਸੜਕਾਂ ਤੇ, ਛੋਟੇ ਛੋਟੇ ਬੱਚੇ ਉਹਨਾਂ ਸੜਕਾਂ ਤੇ ਮਹੀਨਾ ਤੁਰ ਕੇ ਗਏ ਹੈਗੇ ਘਰਾਂ ਦੇ ਵਿੱਚ। ਸੋ ਉਹ ਕਿੱਥੋਂ ਦਾ ਤਰੀਕਾ ਹੈ? ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਹਿ ਰਹੇ ਹੋ ਤੁਸੀਂ ਕੰਟਰੀ ਲਈ ਕੁਝ ਚੰਗਾ ਕਰ ਰਹੇ ਹੋ, ਇਹ ਕਿਹੜਾ ਚੰਗਾ ਹੈਗਾ? ਅਗੇਨ ਇੰਨੇ ਲੋਕ ਜਿਹੜੇ ਮਰੇ, ਉਹਨਾਂ ਲਈ ਕੌਣ ਜ਼ਿੰਮੇਦਾਰ ਹੈ? ਉਹਨਾਂ ਲਈ ਕੋਈ ਕਿਉਂ ਨਹੀਂ ਕੁਐਸਚਨ ਕਰਦਾ? ਮੀਡੀਆ ਹਰ ਗੱਲ ਤੇ ਤਾਂ ਬੜਾ ਰੌਲਾ ਪਾਉਂਦਾ ਹੈ। ਹੁਣ ਉਹ ਰਿਪ ਜੀਨਸ ਦਾ ਇੱਕ ਟੁੱਟਿਆ ਜਿਹਾ ਕਮੈਂਟ ਉੱਤਰਾਖੰਡ ਦੇ ਸੀਐਮ ਨੇ ਕਰਤਾ, ਉਹਦੇ ਤੇ ਤਾਂ ਕੰਟਰੀ 'ਚ ਖਲਬਲੀ ਮਲ ਗਈ। ਉਦੋਂ ਤਾਂ ਜਿਹੜੇ ਲੋਕ ਵੀ ਸੀ, ਉਹ ਲੋਕ ਵੀ ਉੱਤੇ ਉੱਠ ਕੇ ਰੌਲਾ ਪਾਉਣ ਲੱਗ ਜਾਂਦੇ ਆ ਕਿ ਹਾਂ ਰਿਪ ਜੀਨਸ ਇਹ ਵੋ। ਜਿਹੜੇ ਮੁੱਦੇ ਹੈ ਅਸਲੀ, ਜਿੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ, ਜਿੱਥੇ ਲੋਕਾਂ ਦੀ ਇਨਕਮ ਸਟੇਕ ਤੇ ਹੈ, ਇਕਨੋਮੀ ਇਸ ਕੰਟਰੀ ਦੀ ਜਿੱਥੇ ਖਤਰੇ 'ਚ ਹੈ, ਉਸ ਬਾਰੇ ਕਿਉਂ ਨਹੀਂ ਕੋਈ ਗੱਲ ਕਰਦਾ? ਹੁਣ ਸਿਮਿਲਰਲੀ ਆਪਣੇ ਅੰਦੋਲਨ ਦੇ ਵਿੱਚ 300 ਤੋਂ ਵੱਧ ਜਾਨਾਂ ਜਾ ਚੁੱਕੀਆਂ ਜੀ। ਕੋਈ ਕਿਉਂ ਨਹੀਂ ਇਸ ਬਾਰੇ ਗੱਲ ਕਰ ਰਿਹਾ? ਕਿਉਂ ਨਹੀਂ ਉਹ ਮੀਡੀਆ ਉਹ ਦਿਖਾ ਰਿਹਾ? ਕਿਉਂ ਨਹੀਂ ਆਪਣੇ ਜਿਹੜੇ ਪੀਐਮ ਹੈਗੇ ਇਸ ਬਾਰੇ ਗੱਲ ਕਰ ਰਹੇ? ਉਲਟਾ ਜਿਹੜੇ ਆਪਣੇ ਬੀਜੇਪੀ ਦੇ ਨੇਤਾ ਹੈ ਉੱਥੇ ਬੈਠ ਕੇ ਕਹਿ ਰਹੇ ਹੈ ਕਿ ਇਹ ਤਾਂ ਹੋਣਾ ਹੀ ਸੀ, ਲੋਕਾਂ ਨੇ ਤਾਂ ਮਰਨਾ ਹੀ ਸੀ। ਜੇ ਇਹ ਨਾ ਹੁੰਦਾ, ਜੇ ਅੰਦੋਲਨ ਨਾ ਹੁੰਦਾ, ਫਿਰ ਕਿਹੜਾ ਲੋਕ ਮਰਦੇ ਨਹੀਂ? ਸੋ ਬੇਸਿਕਲੀ ਜਿਹੜੀ ਅਸਲੀ ਮੁੱਦੇ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਫਿਰ ਜਿਹੜੀ ਆਪਾਂ ਲੋਕਤੰਤਰ ਦੀ ਗੱਲ ਕਰ ਰਹੇ ਹੈਗੇ ਆ, ਲੋਕਤੰਤਰ ਦੀ ਅਪਰੋਚ ਤਾਂ ਕਿਤੇ ਵੀ ਨਹੀਂ ਹੈ ਜੀ। ਪਹਿਲੀ ਗੱਲ ਤੇ ਇਹ ਜਿਹੜੇ ਕਾਨੂੰਨ ਪਾਸ ਕੀਤੇ ਗਏ, ਉਹ ਨਾਨ ਕਨਸਟੀਟਿਊਸ਼ਨਲ ਤਰੀਕੇ ਨਾਲ ਪਾਸ ਕੀਤੇ ਗਏ। ਸੰਵਿਧਾਨ ਦੀਆਂ ਤਾਂ ਆਪਾਂ ਹਰ ਜਗ੍ਹਾ ਤੇ ਤਾਂ ਜਿਉਂ ਉਡਾ ਰਹੇ ਹੈਗੇ। ਉਹ ਲੋਕਤਾਂਤਰਿਕ ਸੀ? ਨਹੀਂ ਸੀ। ਉਹ ਕੋਵਿਡ ਦੇ ਟਾਈਮ ਤੇ ਸੈਸ਼ਨ ਕਰਕੇ ਕਾਨੂੰਨ ਤਾਂ ਪਾਸ ਕਰਤੇ, ਤੇ ਜਦੋਂ ਉਹਨਾਂ ਨੂੰ ਜਦੋਂ ਕਿਸਾਨਾਂ ਨੇ ਰੌਲਾ ਪਾਇਆ ਤੇ ਜਦੋਂ ਉਹਨਾਂ ਤੇ ਬਹਿਸ ਹੋਣੀ ਚਾਹੀਦੀ ਸੀ, ਜਦੋਂ ਉਹਨਾਂ ਨੂੰ ਸੁਣਨਾ ਚਾਹੀਦਾ ਸੀ, ਉਦੋਂ ਕੋਵਿਡ ਆ ਗਿਆ ਜੀ। ਸੋ ਉਹ ਕਿੱਥੇ ਕੀ ਲੋਕਤਾਂਤਰਿਕ ਹੈ ਉਹਦੇ ਵਿੱਚ? ਫਰੀडम ਆਫ ਸਪੀਚ ਕਿਹੜਾ ਉਹਦੇ ਲੋਕਤਾਂਤਰਿਕ ਅਪਰੋਚ ਹੈ? ਖਤਮ ਕਰਤਾ ਬਿਲਕੁਲ ਪੂਰੇ ਦੇਸ਼ ਦਾ। ਮਤਲਬ ਇਮੈਜਿਨ ਕਰੋ ਕਿ ਇੰਨੀ ਵੱਡੀ ਕੰਟਰੀ ਦਾ ਇੰਨਾ ਵੱਡਾ ਜਿਹੜਾ ਮੀਡੀਆ ਨੈਟਵਰਕ ਹੈ, ਤੁਸੀਂ ਸਾਰਾ ਦਾ ਸਾਰਾ ਮੀਡੀਆ ਖਰੀਦ ਲਿਆ ਜੀ। ਤੁਸੀਂ ਇੱਕ ਵੀ ਜਿਹੜੇ ਆਪਣੇ ਮੇਨ ਸਟ੍ਰੀਮ ਮੀਡੀਆ ਚੈਨਲਸ ਹੈਗੇ ਆ, ਉਹ ਸਰਕਾਰ ਦੇ ਖਿਲਾਫ ਇੱਕ ਵਰਡ ਨਹੀਂ ਕਹਿ ਸਕਦੇ। ਬਿਲਕੁਲ। ਸੋ ਉਹ ਕਿੱਥੋਂ ਦਾ ਲੋਕਤਾਂਤਰਿਕ ਅਪਰੋਚ ਹੈ? ਤੁਸੀਂ ਸੈਲੀਬ੍ਰਿਟੀਜ਼ ਨੂੰ ਖਰੀਦ ਲਿਆ, ਉਹਨਾਂ ਨੂੰ ਆਪਣੀਆਂ ਤੁਸੀਂ ਟਵੀਟਸ ਬਣਾ ਕੇ ਭੇਜ ਰਹੇ ਹੋ ਜੀ। ਮੈਮ ਆਪਾਂ ਸੈਲੀਬ੍ਰਿਟੀਜ਼ ਤੇ ਵੀ ਗੱਲ ਕਰਾਂਗੇ, ਪਰ ਇੱਥੇ ਜਿਹੜਾ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਤੇ ਸਾਡੇ ਅੱਜ ਦੇ ਮਹਿਮਾਨ ਨੇ ਕਿਰਨ ਢਿੱਲੋਂ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਕਿਰਨ ਢਿੱਲੋਂ ਜੀ, ਜਿਨ੍ਹਾਂ ਨਾਲ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਇੱਕ ਡਾਟਰ ਆਫ ਫਾਰਮਰ ਦੀ ਇੱਕ ਲਹਿਰ ਚਲਾਈ ਹੈ। ਆਪਾਂ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਮੈਮ ਤੁਸੀਂ ਹੁਣ ਗੱਲ ਕਰਦੇ ਪਏ ਸੀ ਜਿਹੜੇ ਅਭਿਨੇਤਾ ਆ, ਜਿਹੜੇ ਅੱਜ ਕੇ ਕਲਾਕਾਰ ਆ, ਕਈ ਕਲਾਕਾਰ ਕਿਸਾਨ ਅੰਦੋਲਨ ਦੇ ਨਾਲ ਨੇ, ਪਰ ਕਈ ਜਿਹੜੇ ਬਾਲੀਵੁੱਡ ਵਾਲੇ ਨੇ ਉਹ ਕਿਸਾਨ ਅੰਦੋਲਨ ਦੇ ਵਿਰੁੱਧ ਨੇ, ਤੇ ਹਾਲੀਵੁੱਡ ਵਾਲੇ ਉਹ ਵੀ ਸਮਰਥਨ ਵਿੱਚ ਆ ਰਹੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੜੇ ਦੁੱਖ ਦੀ ਗੱਲ ਹੈ, ਸਭ ਤੋਂ ਵੱਡਾ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਲੋਕਾਂ ਨੇ ਜਿਨ੍ਹਾਂ ਨੂੰ ਸਟਾਰ ਬਣਾਇਆ, ਅੱਜ ਜਿਨ੍ਹਾਂ ਦੀ ਵਿਊਅਰਸ਼ਿਪ ਦੇ ਸਦਕੇ ਉਹ ਅੱਜ ਉੱਥੇ ਬੈਠੇ ਹੈ, ਜਦੋਂ ਅੱਜ ਉਹਨਾਂ ਲੋਕਾਂ ਨੂੰ ਇਹਨਾਂ ਦੀ ਲੋੜ ਹੈ, ਉਹ ਨਾਲ ਨਹੀਂ ਖੜੇ ਹੋਏ। ਬਿਲਕੁਲ ਬੜੀ ਸ਼ਰਮ ਦੀ ਗੱਲ ਹੈ ਐਕਚੁਅਲੀ। ਐਂਡ ਰੀਜ਼ਨ ਕੀ ਹੈ? ਕਿਉਂਕਿ ਸਭ ਡਰਦੇ ਹੈ, ਸਭ ਬੇਸਿਕਲੀ ਸਰਕਾਰ ਦੇ ਚਮਚੇ ਬਣ ਕੇ ਬੈਠੇ ਹੋਏ ਹੈ। ਇਮੈਜਿਨ ਜਦੋਂ ਰਿਹਾਨਾ ਨੇ ਟਵੀਟ ਕੀਤਾ ਸੀ, ਉਸ ਟਾਈਮ ਤੇ ਇੱਕ ਉਹ 2 ਹੈਸ਼ਟੈਗ ਚੱਲੇ ਸੀ ਜਿਹੜੇ ਸਾਰੇ ਸੈਲੀਬ੍ਰਿਟੀਜ਼ ਨੇ ਯੂਜ਼ ਕੀਤੇ ਸੀਗੇ, ਇੰਡੀਆ ਅਗੇਂਸਟ ਪ੍ਰੋਪਾਗੈਂਡਾ ਐਂਡ ਇੰਡੀਆ ਸਮਥਿੰਗ ਐਲਸ। ਫੋਰਨ ਮਿਨਿਸਟਰੀ ਨੇ ਉਹ ਹੈਸ਼ਟੈਗ ਜਿਹੜੇ ਸੀਗੇ ਉਹ ਪਬਲਿਸ਼ ਕੀਤੇ ਸੀ ਐਂਡ ਟੋਲਡ ਐਵਰੀਬਡੀ ਕਿ ਇਹ ਵਾਲੇ ਹੈਸ਼ਟੈਗ ਯੂਜ਼ ਕਰਨੇ ਹੈ। ਮਤਲਬ ਫੋਰਨ ਮਿਨਿਸਟਰੀ ਦਾ ਇਹਦੇ ਵਿੱਚ ਕੀ ਕੰਮ ਹੈ?
ਜੀ। ਸੋ ਇੰਟਰਕਨੈਕਸ਼ਨਸ ਦੇਖੋ, ਸੈਲੀਬ੍ਰਿਟੀਜ਼ ਨੂੰ ਟਵੀਟਸ ਬਣਾ ਕੇ ਭੇਜੀਆਂ ਗਈਆਂ ਐਂਡ ਇਹ ਐਵੀਡੈਂਟ ਸੀ ਕਿਉਂਕਿ ਜਿੰਨੀਆਂ ਉਸ ਟਾਈਮ ਤੇ ਟਵੀਟਸ ਆਈਆਂ ਸਡਨਲੀ ਉਹ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਦੀਆਂ, ਸਭ ਦੀ ਲੈਂਗੁਏਜ ਸੇਮ ਸੀ, ਸਭ ਨੂੰ ਦਿਖਦਾ ਹੈ ਜੀ। ਸੋ ਤੁਹਾਡੀ ਆਪਣੀ ਕੌਨਸ਼ੀਅਸ ਕਿੱਥੇ ਹੈ? ਇਹ ਤੁਹਾਡਾ ਆਪਣਾ ਜਿਹੜਾ ਹੈਗਾ ਕੋਈ ਸੋਚ ਨਹੀਂ ਹੈ, ਕੋਈ ਆਵਾਜ਼ ਨਹੀਂ ਹੈ, ਇੰਨਾ ਜ਼ਿਆਦਾ ਡਰ ਹੈ ਜਾਂ ਇੰਨੇ ਜ਼ਿਆਦਾ ਦਬੇ ਹੋਏ ਹੋ ਜਾਂ ਪੈਸੇ ਦਾ ਇੰਨਾ ਲਾਲਚ ਹੈ ਜਾਂ ਕਰੀਅਰ ਦਾ ਇੰਨਾ ਲਾਲਚ ਹੈ ਕਿ ਤੁਸੀਂ ਸੱਚ ਤੇ ਝੂਠ ਤੇ ਫਰਕ ਨੂੰ ਹੀ ਤੁਸੀਂ ਭੁੱਲ ਚੁੱਕੇ ਹੋ। ਐਗਜ਼ੈਕਟਲੀ ਆਪਣੀ ਜ਼ਮੀਰ ਹੀ ਖਤਮ ਕਰ ਚੁੱਕੇ ਹੋ। ਸੋ ਇਟਸ ਵੈਰੀ ਅਨਫੋਰਚੂਨੇਟ। ਬਿਲਕੁਲ ਮੈਮ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਇਹਦੇ ਵਿੱਚ ਜਿੱਦਾਂ ਅਕਸ਼ੇ ਕੁਮਾਰ, ਅਜੇ ਦੇਵਗਨ, ਇਹਨਾਂ ਵਿਰੁੱਧ ਬਹੁਤ ਲੋਕ ਹੋਏ ਸੀ ਕਿਉਂਕਿ ਕਹਿੰਦੇ ਤੁਸੀਂ ਪੱਗਾ ਬੰਨ ਕੇ ਪੰਜਾਬ ਦੇ ਵਿੱਚ ਆ ਜਾਂਦੇ ਹੋ। ਈਵਨ ਸਨੀ ਦਿਓਲ, ਹਾਂਜੀ, ਤੁਸੀਂ ਕਹਿੰਦੇ ਪੱਗਾ ਬੰਨ ਕੇ ਪੰਜਾਬ ਦੇ ਵਿੱਚ ਆ ਜਾਂਦੇ ਹੋ, ਇੱਥੇ ਫਿਲਮਾਂ ਕਰਕੇ ਚਲ ਜਾਂਦੇ ਹੋ ਤੇ ਤੁਸੀਂ ਕਿੱਥੇ ਜਾ ਰਹੇ ਹੋ? ਸਾਡੇ ਅੰਦੋਲਨ ਦੇ ਖਿਲਾਫ ਤੁਸੀਂ ਕਿਉਂ ਹੋਏ ਹੋ? ਇਸ ਬਾਰੇ ਵੀ ਬਹੁਤ ਵਿਰੋਧ ਹੋਇਆ ਸੀ ਉਹਨਾਂ ਦਾ। ਐਬਸੋਲੂਟਲੀ, ਤੇ ਹੋਣਾ ਵੀ ਚਾਹੀਦਾ ਹੈ। ਪੰਜਾਬ ਨੇ ਉਸ ਟਾਈਮ ਤੇ ਕਿਹਾ ਸੀਗਾ ਕਿ ਇਹਨਾਂ ਸੈਲੀਬ੍ਰਿਟੀਜ਼ ਨੂੰ ਪੰਜਾਬ ਦੇ ਵਿੱਚ ਹੁਣ ਸ਼ੂਟ ਨਹੀਂ ਕਰਨ ਦਿੱਤੀ ਜਾਊਗੀ, ਇਹਨਾਂ ਨੂੰ ਵੜਨ ਨਹੀਂ ਦੇਵਾਂਗੇ। ਤੇ ਵੜਨ ਦਿੱਤਾ ਵੀ ਕਿਉਂ ਜਾਏ? ਜਦੋਂ ਆਪਣੇ ਇੱਕ ਪੈਸੇ ਕਮਾਉਣ ਦੇ ਲਈ ਤੁਸੀਂ ਤਾਂ ਪੱਗ ਬੰਨ ਲੈਂਦੇ ਹੋ, ਪੱਗ ਦੀ ਇੱਜ਼ਤ ਕਿੱਥੇ ਹੈ? ਉਸ ਟਾਈਮ ਤਾਂ ਬੜੀਆਂ ਵੱਡੀਆਂ ਗੱਲਾਂ ਕਰਦੇ ਹੋ ਕਿ ਸਰਦਾਰਾਂ ਦਾ ਇਹ, ਸਰਦਾਰਾਂ ਦਾ ਉਹ, ਅਸੀਂ ਸਰਦਾਰਾਂ ਦੀ ਰਿਸਪੈਕਟ ਕਰਦੇ ਹਾਂ, ਸਰਦਾਰਾਂ ਵਰਗਾ ਕੋਈ ਨਹੀਂ ਹੈ, ਸਿੱਖ ਧਰਮ ਵਰਗਾ ਧਰਮ ਨਹੀਂ ਹੈਗੇ ਹੈ, ਤੇ ਹੁਣ ਤੁਸੀਂ ਉਹਨਾਂ ਦੇ ਖਿਲਾਫ ਬੈਠੇ ਹੋ। ਸੋ ਜੇ ਤੁਸੀਂ ਸਿਰਫ ਪੈਸਾ ਕਮਾਉਣ ਲਈ ਪੱਗ ਦੀ ਵਰਤੋਂ ਕਰ ਰਹੇ ਹੋ, ਬਿਲਕੁਲ ਵਿਰੋਧ ਹੋਣਾ ਚਾਹੀਦਾ ਹੈ ਐਂਡ ਵੈਰੀ ਗੁੱਡ ਜੇ ਹੋ ਰਿਹਾ ਜੀ। ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ ਕਿ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ ਕਿਉਂਕਿ ਜਿਹੜੇ ਅਸਲ ਮੁੱਦੇ ਨੇ ਸਾਡੇ ਦੇਸ਼ ਦੇ, ਉਹਨਾਂ ਦੇ ਉੱਤੇ ਲੋਕਾਂ ਦਾ ਧਿਆਨ ਹੀ ਨਹੀਂ ਹੈ। ਪਹਿਲਾਂ ਜਦੋਂ ਲੋਕ ਆਵਾਜ਼ ਉਠਾਉਂਦੇ ਸੀ ਤੇ ਸਰਕਾਰ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਰੋਟੀ ਦੇ ਵਿੱਚ ਹੀ ਇੰਨਾ ਜ਼ਿਆਦਾ ਮਤਲਬ ਉਲਝਾ ਦਿੱਤਾ ਗਿਆ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਆਮ ਇਨਸਾਨ ਹੈ, ਆਮ ਇਨਸਾਨ ਨੂੰ ਕੀ ਚਾਹੀਦਾ? ਉਹਨੂੰ ਇੱਕ ਚਾਹੀਦਾ ਕਿ ਸਾਡਾ ਪਰਿਵਾਰ ਜਿਹੜਾ ਚੰਗਾ ਚੱਲਦਾ ਰਵੇ, ਰੋਟੀ 2 ਟਾਈਮ ਦੀ ਜਿਹੜੀ ਆ ਉਹ ਚੰਗੀ ਚੱਲਦੀ ਰਵੇ, ਤੇ ਉਸ ਨੂੰ ਹੁਣ ਰੋਟੀ ਮਤਲਬ ਬਣਾਉਣ ਵਾਸਤੇ, ਕਮਾਉਣ ਵਾਸਤੇ ਇੰਨਾ ਜ਼ਿਆਦਾ ਬਿਜ਼ੀ ਕਰ ਦਿੱਤਾ ਹੈ ਸਰਕਾਰ ਨੇ ਹੋਰ ਬਾਕੀ ਸਾਰੀਆਂ ਚੀਜ਼ਾਂ 'ਚ ਉਲਝਾ ਕੇ ਕਿ ਉਹਨੂੰ ਲੱਗਦਾ ਹੈ ਕਿ ਮੈਂ ਕਿੱਥੇ ਆਵਾਜ਼ ਚੱਕੂੰਗਾ ਕਿਉਂਕਿ ਮੇਰੇ ਕੋਲ ਤਾਂ ਰੋਟੀ ਨਹੀਂ ਜੁੜ ਰਹੀ ਤੇ ਮੈਂ ਆਵਾਜ਼ ਚੱਕਦਾ ਫਿਰੂੰਗਾ। ਤੇ ਅਗਰ ਉਹ ਬੋਲਦਾ ਵੀ ਹੈ ਤੇ ਉਸਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੋਂ ਹਟਾ ਦਿੱਤਾ ਜਾਂਦਾ ਹੈ, ਉਸਦੇ ਉੱਤੇ ਕੇਸ ਕਰ ਦਿੱਤੇ ਜਾਂਦੇ ਨੇ ਤੇ ਜਾਂ ਫਿਰ ਉਸਦੇ ਪਰਿਵਾਰ ਨੂੰ ਧਮਕਾਇਆ ਜਾਂਦਾ ਹੈ। ਤੇ ਗੱਲ ਉਹੀ ਹੈ ਕਿ ਬੋਲਣ ਦੀ ਆਜ਼ਾਦੀ ਤੱਕ ਨਹੀਂ ਹੈਗੀ, ਤਾਂ ਇਸ ਕਰਕੇ ਲੋਕ ਡਰ ਵੀ ਰਹੇ ਨੇ ਕਿਤੇ ਨਾ ਕਿਤੇ ਬੋਲਣ ਦੇ ਵਿੱਚ। ਰਾਈਟ ਜੀ, ਡਰ ਤੇ ਬਹੁਤ ਜ਼ਿਆਦਾ ਹੈ। ਇਸ ਟਾਈਮ ਤੇ ਇੰਨੀਆਂ ਚੀਜ਼ਾਂ ਹੋ ਚੁੱਕੀਆਂ, ਪਿਛਲੇ ਸੀਏ ਹੋਇਆ, ਡਿਮੋਨੇਟਾਈਜੇਸ਼ਨ ਹੋਈ, ਲਾਕਡਾਊਨ ਦੇ ਵਿੱਚ ਇੰਨਾ ਨੁਕਸਾਨ ਹੋਇਆ, ਕੁਛ ਨਾ ਕੁਛ ਬੇਸਿਕਲੀ ਚੱਲਦਾ ਰਿਹਾ ਹੈ ਜਿਹਦੇ ਕਰਕੇ ਬਹੁਤ ਲੋਕਾਂ ਦਾ ਬੜਾ ਨੁਕਸਾਨ ਹੋਇਆ। ਹਾਲੇ ਤੱਕ ਲੋਕ GST ਦੇ ਇਫੈਕਟਸ ਤੋਂ ਸਫਰ ਕਰ ਰਹੇ ਹੈ। ਇਨਫੈਕਟ ਹਰ ਚੀਜ਼ ਤੇ ਜਿਹੜੇ ਚੀਜ਼ ਹੋਈਆਂ ਲੋਕ ਹਾਲੇ ਤੱਕ ਉਹਨਾਂ ਤੋਂ ਬਾਹਰ ਨਹੀਂ ਆ ਪਾਏ ਹੈ। ਇੰਡੀਆ ਦੀ ਇਕੋਨਮੀ ਕਿੱਥੋਂ ਦੀ ਕਿੱਥੇ ਜਾ ਚੁੱਕੀ ਹੈ। ਇਟਸ ਐਵੀਡੈਂਟ ਨਾਓ, ਹੁਣ ਤਾਂ ਸਭ ਦੇ ਸਾਹਮਣੇ ਹੈ ਕੀ ਹੋ ਰਿਹਾ ਕੀ ਨਹੀਂ ਹੋਇਆ। ਰਿਲੀਜਨ ਦੇ ਨਾਮ ਤੇ ਜਿਹੜਾ ਡਿਵਾਈਡ ਹੋ ਰਿਹਾ ਹੈ, ਡਿਵਾਈਡ ਐਂਡ ਰੂਲ ਵਾਲਾ, ਹਿੰਦੂਤਵਾ ਨੂੰ ਜੋ ਅੱਗੇ ਪੁਸ਼ ਕੀਤਾ ਜਾ ਰਿਹਾ ਹੈ, RSS ਦੀ ਜਿਹੜੇ ਹਿਡਨ ਏਜੰਡਾਜ਼ ਹੈਗੇ ਹੈ, ਹੌਲੀ ਹੁਣ ਤੇ ਬੜੀ ਓਪਨਲੀ ਬਾਹਰ ਆ ਰਹੇ ਹੈ। ਬਟ ਇਸ ਟਾਈਮ ਤੇ ਵੀ ਆਈ ਥਿੰਕ ਜਿਹੜਾ ਫਾਰਮਰ ਬਿਲਸ ਦਾ ਹੋਇਆ ਸੀਗਾ, ਇਨ ਸਿਮਿਲਰ ਥਿੰਗ ਹੈਪਨ ਕਿ ਉਹ ਇਨਫੋਰਸ ਕਰ ਦੋ, ਜਿਵੇਂ ਪਹਿਲਾਂ ਸਾਰੀਆਂ ਚੀਜ਼ਾਂ ਇਨਫੋਰਸ ਕੀਤੀਆਂ, ਰਾਤੋਂ ਰਾਤ ਇਨਫੋਰਸ ਕਰ ਦੋ, ਹੋ ਗਿਆ। ਐਂਡ ਬਟ ਇਟ ਬੈਕਫਾਇਰਡ ਵੈਰੀ ਬੈਡਲੀ। ਤੇ ਕਿਸਾਨਾਂ ਨੇ ਜੇ ਇਹ ਆਵਾਜ਼ ਨਾ ਚੁੱਕੀ ਹੁੰਦੀ ਤੇ ਕਿਸਾਨਾਂ ਨੇ ਜੇ ਇਸ ਅੰਦੋਲਨ ਨੂੰ ਇੰਨਾ ਵੱਡਾ ਨਾ ਕੀਤਾ, ਕਿਸੇ ਨੇ ਨਹੀਂ ਸੋਚਿਆ ਸੀ ਇੰਨਾ ਵੱਡਾ ਹੋ ਜਾਏਗਾ, ਬਟ ਇੰਨਾ ਵੱਡਾ ਹੋ ਗਿਆ ਤੇ ਹਾਲੇ ਤੱਕ ਉਹਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ। ਪਰ ਜੇ ਇਹ ਅੰਦੋਲਨ ਨਾ ਹੁੰਦਾ ਤੇ ਜੇ ਇਹ ਅੰਦੋਲਨ ਇੰਨਾ ਵੱਡਾ ਨਾ ਹੁੰਦਾ, ਨਾ ਸਪਰੈਡ ਨਾ ਹੁੰਦਾ, ਸੋ ਆਈ ਥਿੰਕ ਕਿ ਜਿਹੜੇ ਲੋਕ ਥੋੜੀ ਬਹੁਤ ਆਵਾਜ਼ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਵੀ ਨਹੀਂ ਕਰ ਪਾਣੀ ਸੀ। ਬਿਲਕੁਲ ਇਸ ਅੰਦੋਲਨ ਦੇ ਬਿਹਾਫ ਤੇ ਬੇਸਿਕਲੀ ਹੋਰ ਬੜੀਆਂ ਚੀਜ਼ਾਂ ਬਾਹਰ ਆ ਗਈਆਂ ਜੀ, ਕਿਉਂਕਿ ਇਕੱਲੀ ਆਵਾਜ਼ ਨੂੰ ਉੱਠਣ ਨਹੀਂ ਦਿੰਦੇ, ਇਕੱਲੀ ਆਵਾਜ਼ ਨੂੰ ਸੁਣਨ ਨਹੀਂ ਦਿੰਦੇ। ਪਰ ਇਹ ਅੰਦੋਲਨ ਦੇ ਚੱਕਰ ਦੇ ਵਿੱਚ ਉਹ ਇੰਨੇ ਜ਼ਿਆਦਾ ਲੋਕ ਇਕੱਠੇ ਹੋ ਗਏ, ਆਵਾਜ਼ ਹੀ ਇੰਨੀ ਵੱਡੀ ਬਣ ਗਈ ਹੈ ਕਿ ਹੁਣ ਉਹ ਕਿਹਨੂੰ ਦਬਾਉਣਗੇ। ਇਹਨੂੰ ਕਿਹੜਾ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਇਹਦਾ ਉਹਨਾਂ ਦੇ ਵੱਸ ਨਹੀਂ ਚੱਲਿਆ। ਸ਼ੁਰੂ ਕਿੰਨਾ ਡਰਾਮਾ ਹੋਇਆ ਸੀਗਾ, ਖਾਲਿਸਤਾਨੀ ਆ ਗਏ, ਪਾਕਿਸਤਾਨੀ ਬੈਕਅਪ ਕਰ ਰਿਹਾ ਹੈ, ਫਿਰ ਕੁਝ ਨਹੀਂ ਹੋਇਆ ਤਾਂ ਚੀਨ ਬੈਕਅਪ ਕਰ ਰਿਹਾ ਹੈ, ਫਿਰ ਉਹ ਸਭ ਹੋਇਆ ਤਾਂ ਫਿਰ ਉਸ ਤੋਂ ਬਾਅਦ ਉਹ SYL ਤੇ ਹਰਿਆਣਾ ਤੇ ਪੰਜਾਬ ਨੂੰ ਲੜਾ ਦੋ, ਉਹ ਕੋਸ਼ਿਸ਼ ਹੋਈਆਂ। ਉਹ ਤੇ ਆਪਣੇ ਲੋਕ ਆਈ ਥਿੰਕ ਇਸ ਟਾਈਮ ਇਸ ਵਾਰੀ ਬੜੀ ਸਮਝਦਾਰੀ ਤੋਂ ਕੰਮ ਲੈ ਗਏ ਕਿ ਜੇ ਆਪਸ ਚ ਉਹਨਾਂ ਦੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਫੁੱਟ ਨਹੀਂ ਪੈਣ ਦਿੱਤੀ। ਜੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਦਨਾਮ ਨਹੀਂ ਹੋਣ ਦਿੱਤਾ। ਬਟ ਆਈ ਥਿੰਕ ਇਹਦੇ ਚ ਨਾ ਸੋਸ਼ਲ ਮੀਡੀਆ ਨੇ ਬੜਾ ਵੱਡਾ ਰੋਲ ਪਲੇ ਕੀਤਾ ਹੈ
ਤੇ ਤੁਹਾਡੇ ਵਰਗੇ ਜਿਹੜੇ ਚੈਨਲ ਹੈਗੇ ਆ ਨਾਨ ਮੇਨ ਸਟ੍ਰੀਮ ਜਿਹੜਾ ਮੀਡੀਆ ਹੈ ਉਹਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈਗਾ ਕਿਉਂਕਿ ਨਾਰਮਲ ਮੀਡੀਆ ਨੇ ਤਾਂ ਖਿਲਾਰੇ ਪਾ ਦਿੱਤੇ ਸੀਗੇ ਸ਼ੁਰੂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਕਰਕੇ ਯੰਗ ਜਨਰੇਸ਼ਨ ਅੱਗੇ ਆ ਗਈ ਯੰਗਸਟਰਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਚੈਨਲਸ ਆਏ YouTube ਚੈਨਲਸ ਆਏ ਉਹਨਾਂ ਨੇ ਆ ਕੇ ਸੱਚਾਈ ਦਿਖਾਉਣੀ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਦਿਖਾਇਆ ਤਾਂ ਕੁਝ ਹੋਰ ਹੀ ਜਾ ਰਿਹਾ ਇੱਥੇ ਕੁਝ ਹੋਰ ਹੀ ਹੋ ਰਿਹਾ ਹੈਗਾ ਸੋ ਕਿੰਨੀਆਂ ਆਵਾਜ਼ਾਂ ਦਬਾ ਲੈਂਦੇ ਬਟ ਫਿਰ ਵੀ ਆਪਾਂ ਹਟਦੇ ਤਾਂ ਹੈ ਨਹੀਂ ਆ ਦਿਸ਼ਾ ਰਾਵੀ ਨੂੰ ਅੰਦਰ ਕੀਤਾ ਜੀ ਆਪਣੇ ਜਿਹੜੇ ਹੋਰ ਐਕਟਿਵਿਸਟ ਸੀਗੇ ਨੌਦੀਪ ਨੂੰ ਅੰਦਰ ਕੀਤਾ ਕਿੰਨੇ ਸਾਰੇ ਐਕਟਿਵਿਸਟ ਹੈ ਜਿਨ੍ਹਾਂ ਨੂੰ ਜਾ ਕੇ ਜੇਲ੍ਹ ਦੇ ਵਿੱਚ ਪਾਇਆ ਗਿਆ ਉਸ ਟਾਈਮ ਤੇ ਉਹ ਕਿਸ ਲਈ ਕਿਉਂਕਿ ਉਹਨਾਂ ਨੇ ਆਵਾਜ਼ ਉਠਾਈ ਸੀ ਤੇ ਗਲਤੀ ਕੀ ਸੀਗੀ ਕਿਉਂਕਿ ਉਹਨਾਂ ਨੇ ਸੱਚ ਬੋਲਿਆ ਸੀਗਾ ਸੋ ਸੱਚ ਬੋਲਣ ਦਿੱਤਾ ਹੀ ਨਹੀਂ ਜਾ ਰਿਹਾ ਬਟ ਚੰਗੀ ਗੱਲ ਹੈ ਕਿ ਅੰਦੋਲਨ ਇੰਨਾ ਵੱਡਾ ਹੋ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਅਸਲੀ ਗਵਰਨਮੈਂਟ ਦੇ ਏਜੰਡਾ ਸੀਗੇ ਉਹ ਬਾਹਰ ਆ ਗਏ ਹੁਣ ਇਹ ਐਵੀਡੈਂਟ ਹੈ ਨਾਟ ਓਨਲੀ ਇਨ ਇੰਡੀਆ ਪੂਰੇ ਵਰਲਡ ਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਫਰੀडम ਆਫ ਸਪੀਚ ਖਤਮ ਹੋ ਚੁੱਕੀ ਹੈ ਆਪਣੀ ਕਿ ਆਪਣਾ ਲੋਕਤੰਤਰ ਸਿਸਟਮ ਜੋ ਹੈ ਟੁੱਟ ਚੁੱਕਿਆ ਹੈ ਬਿਲਕੁਲ ਕਿ ਰਿਲੀਜਨ ਦੇ ਨਾਮ ਤੇ ਕਿੰਨੀ ਗੰਦੀ ਗੇਮ ਪਲਾਨ ਕੀਤੀ ਜਾ ਰਹੀ ਹੈ ਇੰਨੀ ਗੰਦੀ ਗੇਮ ਪਲਾਨ ਕੀਤੀ ਜਾ ਰਹੀ ਹੈ ਕਿ ਜਿਹੜੇ ਆਪਣੇ ਪੜ੍ਹੀ ਲਿਖੀ ਜਨਤਾ ਹੈ ਉਹ ਵੀ ਇਟ ਆਲਸੋ ਫੈਲ ਇਨਟੂ ਦੈਟ ਟ੍ਰੈਪ ਬੇਸਿਕਲੀ ਕਿ ਉਹ ਵੀ ਉਸ ਚੀਜ਼ ਨੂੰ ਮੰਨਣ ਲੱਗ ਗਈ ਹੈ ਤੇ ਲੋਕ ਬੜੇ ਅਨਦਰ ਲੈਵਲ ਤੱਕ ਜੋ ਡਿਵਾਈਡ ਹੋ ਚੁੱਕੇ ਹੈ ਇਸ ਚੀਜ਼ ਨੂੰ ਲੈ ਕੇ ਸੋ ਆਈ ਥਿੰਕ ਦਿਸ ਵਾਸ ਅ ਵੇਕ ਅਪ ਕਾਲ ਇਹਦੇ ਨਾਲ ਨਾ ਇੱਕ ਜਾਗਰੂਕਤਾ ਆਈ ਹੈ ਪੂਰੀ ਕੰਟਰੀ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਦਿਸ ਇਜ਼ ਅ ਗੁੱਡ ਥਿੰਗ ਦੈਟਸ ਹੈਪਨਿੰਗ ਮੈਮ ਤੁਸੀਂ ਗੱਲ ਕੀਤੀ ਹੁਣ ਪਿੱਛੇ ਜੇ ਕਿ ਸ਼ੁਰੂ ਵਿੱਚ ਇਦਾਂ ਸੀ ਕਿ ਖਾਲਿਸਤਾਨੀ ਆ ਗਏ ਪਰ ਜੇ ਹੁਣ ਆਪਾਂ ਗੱਲ ਕਰੀਏ ਖਾਲਸਾ ਏਡ ਦੀ ਰਵੀ ਸਿੰਘ ਖਾਲਸਾ ਜੀ ਨੂੰ ਵੀ ਖਾਲਿਸਤਾਨੀ ਕਿਹਾ ਗਿਆ ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਕੁਝ ਹੁੰਦਾ ਹੈ ਕੋਈ ਹਾਦਸਾ ਹੁੰਦਾ ਹੈ ਤੇ ਖਾਲਸਾ ਏਡ ਵਾਲੇ ਸਭ ਤੋਂ ਪਹਿਲਾਂ ਜਾਂਦੇ ਨੇ ਜਦੋਂ ਮਦਦ ਕਰਦੇ ਨੇ ਉਦੋਂ ਤਾਂ ਠੀਕ ਹੈ ਪਰ ਜਦੋਂ ਇੱਥੇ ਆਪਾਂ ਅੰਦੋਲਨ ਦੀ ਗੱਲ ਕਰੀਏ ਉੱਥੇ ਉਹਨਾਂ ਨੂੰ ਖਾਲਿਸਤਾਨੀ ਕਰਾਰ ਦਿੱਤਾ ਜਾਂਦਾ ਦੇਖੋ ਇਹ ਸਿਰਫ ਉਹਨਾਂ ਨਾਲ ਹੀ ਨਹੀਂ ਹਰੇਕ ਦੇ ਨਾਲ ਹੀ ਹੈ ਜਿੱਥੇ ਜਿੱਥੇ ਆਪਣੇ ਪੰਜਾਬੀ ਗਏ ਹੈਗੇ ਆ ਉੱਥੇ ਉੱਥੇ ਉਹ ਹਰ ਜਗ੍ਹਾ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਖਾਲਸਾ ਏਡ ਨੇ ਬਹੁਤ ਵਧੀਆ ਕੰਮ ਕੀਤਾ ਹੈ ਬੜਾ ਕੰਮ ਕੀਤਾ ਹੈ ਉਹਨਾਂ ਦਾ ਹਾਲ ਤੱਕ ਮੈਨੂੰ ਓਨੈਸਟਲੀ ਰਵੀ ਸਿੰਘ ਦੇ ਜਿਹੜੇ ਆਪਣੇ ਸੈਂਟੀਮੈਂਟਸ ਹੈ ਖਾਲਿਸਤਾਨ ਬਾਰੇ ਜਾਂ ਖਾਲਿਸਤਾਨ ਨਾ ਹੋਣ ਬਾਰੇ ਮੈਨੂੰ ਪਤਾ ਨਹੀਂ ਹੈ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਸੋ ਉਸ ਚੀਜ਼ ਤੇ ਮੈਂ ਕਮੈਂਟ ਨਹੀਂ ਕਰ ਸਕਦੀ ਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਹਾਲੇ ਤੱਕ ਉਹ ਬਹੁਤ ਸ਼ਲਾਘਾਯੋਗ ਹੈ ਐਂਡ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਪ੍ਰੋਬਲਮ ਆਈ ਹੈ ਉਹ ਪਹਿਲਾਂ ਜਾ ਕੇ ਖੜੇ ਹੋਏ ਹੈ ਐਂਡ ਉਸ ਚੀਜ਼ ਨੂੰ ਹਮੇਸ਼ਾ ਸ਼ਲਾਘਾ ਮਿਲੀ ਹੈਗੀ ਹੈ ਅਪਰੀਸ਼ੀਏਟ ਕੀਤਾ ਗਿਆ ਪੂਰੀ ਦੁਨੀਆ ਦੇ ਵਿੱਚ ਐਂਡ ਇਸੇ ਤਰ੍ਹਾਂ ਆਪਣੇ ਪੰਜਾਬੀ ਅਦਰਵਾਈਜ਼ ਉਸ ਤੋਂ ਜਿੱਥੇ ਜਿੱਥੇ ਬੈਠੇ ਹੈ ਉਹਨਾਂ ਨੇ ਬੜੀ ਮਦਦ ਕੀਤੀ ਹੈ ਕੋਵਿਡ ਦੇ ਟਾਈਮ ਤੇ ਪੂਰੇ ਦੇਸ਼ ਦੇ ਵਿੱਚ ਜਦੋਂ ਲੋਕਡਾਊਨ ਹੋਇਆ ਸੀਗਾ ਜਦੋਂ ਆਪਣੇ ਇਹੀ ਵਿਚਾਰੇ ਮਜ਼ਦੂਰ ਜਿਹੜੇ ਮਾਈਗ੍ਰੈਂਟ ਸੀ ਉਹ ਭੁੱਖੇ ਮਰ ਰਹੇ ਸੀ ਰਾਂਝ ਗੁਰਦੁਆਰਿਆਂ 'ਚ ਜਾ ਕੇ ਰੋਟੀਆਂ ਖਾਧੀਆਂ ਬੜਿਆਂ ਨੇ ਗੁਰਦੁਆਰੇ ਖੁੱਲੇ ਹੈ ਗੁਰਦੁਆਰੇ 'ਚ ਉਹਨਾਂ ਨੂੰ ਸੇਵਾ ਮਿਲੀ ਹੈ ਸ਼ੈਲਟਰ ਮਿਲੇ ਹੈ ਰਹਿਣ ਲਈ ਸੋ ਪੰਜਾਬੀਆਂ ਨੇ ਜਿੱਥੇ ਜਿੱਥੇ ਪੋਸੀਬਲ ਹੈ ਇਹ ਤਾਂ ਇੱਕ ਆਪਣੇ ਧਰਮ ਦੀ ਨਾ ਖੂਬੀ ਹੈ ਕਿ ਮਦਦ ਕਰੋ ਸੇਵਾ ਕਰੋ ਜਿੰਨੀ ਸੇਵਾ ਕਰ ਸਕਦੇ ਕਰੋ ਸੋ ਹੁਣ ਜੋ ਆਪਣੇ ਲਈ ਕਰ ਰਹੇ ਹੈ ਤਾਂ ਉਹਨਾਂ ਨੂੰ ਟੈਰਰਿਸਟ ਕਹਿ ਦੋ ਕਿੱਥੋਂ ਦੀ ਜਸਟੀਫਿਕੇਸ਼ਨ ਜੀ ਸੋ ਇਦਾਂ ਦੀਆਂ ਗੱਲਾਂ ਤਾਂ ਬਹੁਤ ਸਾਰੀਆਂ ਨੇ ਕਿਉਂਕਿ ਸਾਡੇ ਸਾਹਮਣੇ ਇੰਨਾ ਕੁਝ ਆਇਆ ਇਸ ਅੰਦੋਲਨ ਦੇ ਕਰਕੇ ਕਿਉਂਕਿ ਬਹੁਤ ਜਿਹੜੇ ਪਰਦੇ ਸੀ ਇਸ ਅੰਦੋਲਨ ਨੇ ਉਠਾ ਵੀ ਦਿੱਤੇ ਨੇ ਤੇ ਇੱਕ ਅਸਲੀ ਜਿਹੜਾ ਰੂਪ ਹੈ ਸਾਡੇ ਪੰਜਾਬੀਆਂ ਦਾ ਉਹ ਵੀ ਸਾਹਮਣੇ ਆਇਆ ਕਿ ਪੰਜਾਬੀ ਜੇ ਇੱਕ ਵਾਰੀ ਕਿਤੇ ਖੜ ਜਾਣ ਤਾਂ ਫਿਰ ਪਿੱਛੇ ਨਹੀਂ ਹਟਦੇ ਆਪਣੇ ਹੱਕਾਂ ਨੂੰ ਲਏ ਬਗੈਰ ਨਾ ਸੋ ਹੁਣ ਮੈਮ ਅਸੀਂ ਗੱਲ ਕਰਦੇ ਹਾਂ ਥੋੜਾ ਜਿਹਾ ਅੱਗੇ ਵਧਦੇ ਹਾਂ ਜੋ ਤੁਸੀਂ ਕੰਮ ਇਸ ਵੇਲੇ ਕਰ ਰਹੇ ਹੋ ਇਸ ਅੰਦੋਲਨ ਦੇ ਵਿੱਚ ਜੋ ਸੇਵਾ ਨਿਭਾ ਰਹੇ ਹੋ ਡਾਟਰਸ ਆਫ ਫਾਰਮਰ ਇਹ ਪਹਿਲਾਂ ਤਾਂ ਲਹਿਰ ਜਿਹੜੀ ਹੈ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਇਸ ਦੀ ਤੇ ਇਹਦਾ ਮਾਈਂਡ ਦੇ ਵਿੱਚ ਕਿਵੇਂ ਆਇਆ ਕਿ ਇਸ ਨੂੰ ਇਹ ਨਾਮ ਦਿੱਤਾ ਜਾਣਾ ਕਿਸਾਨਾਂ ਦੀਆਂ ਧੀਆਂ ਇਹ ਨਾਮ ਕਿਵੇਂ ਆਇਆ ਪੂਜਾ ਐਕਚੁਅਲੀ ਕਈ ਵਾਰ ਕਹਿੰਦੇ ਨਾ ਕੁਝ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਜੀ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਤੇ ਇਟ ਜਸਟ ਹੈਪਨਸ ਸੋ ਮੇਰਾ ਤੇ ਬੜਾ ਸਿੰਪਲ ਜਿਹਾ ਇੱਕ ਉਹ ਸੀਗਾ ਕਿ ਮੈਂ ਟਿਕਰੀ ਜਾ ਕੇ ਦੇਖਣਾ ਹੈ ਕਿ ਕੀ ਹੋ ਰਿਹਾ ਹੈ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਬੈਠੇ ਸੀਗੇ ਉੱਥੇ ਜਦੋਂ ਤੋਂ ਆਪਾਂ ਦਿੱਲੀ ਗਏ ਹੈਗੇ ਆ ਸੋ ਮੈਨੂੰ ਸੀਗਾ ਕਿ ਮੈਂ ਸੋਸ਼ਲ ਮੀਡੀਆ ਤੇ ਕਾਫੀ ਵੋਕਲ ਸੀ ਇਸ ਬਾਰੇ ਮੈਂ ਬਹੁਤ ਲਿਖ ਰਹੀ ਸੀਗੀ ਕਿਉਂਕਿ ਮੈਨੂੰ ਸਮਝ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਸੀ ਕਿ ਗਲਤ ਕੀ ਹੈ ਕਾਨੂੰਨਾਂ ਦੇ ਵਿੱਚ ਬਿਕੋਜ਼ ਮੇਰੇ ਲੱਕਲੀ ਔਰ ਅਨਲਕਲੀ ਕਾਫੀ ਕਰਾਊਡ ਹੈਗਾ ਜਿਹੜਾ ਸ਼ਹਿਰਾਂ ਦਾ ਹੈ ਸੋਸ਼ਲ ਮੀਡੀਆ ਤੇ ਦਿੱਲੀ ਦਾ ਹੈ ਬੰਬੇ ਦਾ ਹੈ ਓਵਰਸੀਜ਼ ਦਾ ਵੀ ਹੈ ਸੋ
ਜਿਹੜੇ ਸ਼ਹਿਰਾਂ ਵਾਲੇ ਲੋਕਾਂ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ। ਸੋ ਉਸ ਬਾਰੇ ਮੈਂ ਲਿਖਣਾ ਸ਼ੁਰੂ ਕੀਤਾ ਸੀ। ਤੇ ਉਹ ਮੈਮ ਕਿੱਦਾਂ ਲਿਖਣਾ ਸ਼ੁਰੂ ਕੀਤਾ ਔਰ ਕੀ ਲਿਖਿਆ, ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਪਰ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ, ਤੇ ਅੱਜ ਸਾਡੇ ਨਾਲ ਕਿਰਨ ਢਿੱਲੋਂ ਜੀ ਜੁੜੇ ਹੋਏ ਨੇ, ਜੋ ਕਿ ਕਿਸਾਨ ਅੰਦੋਲਨ ਦੇ ਵਿੱਚ ਡਾਟਰ ਆਫ ਫਾਰਮਰ ਦੀ ਲਹਿਰ ਤੋਂ ਜਾਣੇ ਜਾ ਰਹੇ ਨੇ। ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਇਸ ਵੇਲੇ ਗੱਲ ਚੱਲ ਰਹੀ ਹੈ ਕਿਸਾਨ ਅੰਦੋਲਨ ਦੇ ਬਾਰੇ, ਤੇ ਕਿਸਾਨ ਅੰਦੋਲਨ ਦੇ ਵਿੱਚ ਹੁਣ ਮੈਮ ਦੇ ਨਾਲ ਅਸੀਂ ਅੱਗੇ ਕੰਟੀਨਿਊ ਕਰਾਂਗੇ। ਮੈਮ, ਡਾਟਰ ਆਫ ਫਾਰਮਰ ਦੀ ਗੱਲ ਚੱਲ ਰਹੀ ਸੀਗੀ, ਤੇ ਤੁਸੀਂ ਦੱਸਿਆ ਕਿ ਤੁਸੀਂ ਲਿਖਣਾ ਸ਼ੁਰੂ ਕੀਤਾ, ਤੇ ਉਹ ਕੀ ਲਿਖਣਾ ਸ਼ੁਰੂ ਕੀਤਾ ਔਰ ਫਿਰ ਇਹ ਲਹਿਰ ਕਿਵੇਂ ਬਣੀ, ਉਸ ਦੇ ਬਾਰੇ ਥੋੜਾ ਜਿਹਾ ਦੱਸੋ। ਪੂਜਾ, ਸ਼ੁਰੂ ਦੇ ਵਿੱਚ ਨਾ ਬੜੀਆਂ ਗਲਤਫਹਿਮੀਆਂ ਸੀ ਬਿਲਸ ਨੂੰ ਲੈ ਕੇ, ਕਿਉਂਕਿ ਜਦੋਂ ਬਿੱਲ ਆਪਾਂ ਪੜ੍ਹਦੇ ਆ ਤੇ ਉਹ ਬੜੇ ਚੰਗੇ ਲੱਗਦੇ ਆ। ਐਕਚੁਅਲੀ ਉਹਨਾਂ ਦਾ ਜਿਹੜਾ ਲੈਂਗੁਏਜ ਹੈ, ਉਹਦੇ ਜਿਹੜੇ ਹਿਡਨ ਏਜੰਡਾਜ਼ ਹੈ, ਉਹ ਆਪਾਂ ਨੂੰ ਵੈਸੇ ਪੜ੍ਹ ਕੇ ਸਮਝ ਨਹੀਂ ਆਉਂਦੇ ਜਿੰਨੀ ਦੇਰ ਆਪਾਂ ਫਾਰਮਿੰਗ ਨਾਲ ਕਨੈਕਟਡ ਨਹੀਂ ਆ ਜਾਂ ਗਰਾਊਂਡ ਰਿਐਲਿਟੀਜ਼ ਦਾ ਪਤਾ ਨਹੀਂ ਹੈ। ਸੋ ਮੈਂ ਵੀ ਬਿਕੋਜ਼ ਕਿੰਨਾ ਸਾਲ ਹੋ ਗਏ ਹੁਣ ਅਰਬਨ ਉਹਦੇ 'ਚ ਲਾਈਫ ਸਟਾਈਲ 'ਚ ਰਹਿ ਰਹੇ ਹਾਂ, ਤੇ ਮੈਂ ਵੀ ਜਦੋਂ ਬਿੱਲ ਪੜ੍ਹੇ ਸੀ ਤੇ ਮੈਨੂੰ ਬੜਾ ਲੱਗਿਆ ਸੀਗਾ ਕਿ ਇਹ ਤਾਂ ਬੜੇ ਵਧੀਆ ਬਿੱਲ ਹੈ। ਐਂਡ ਪਰ ਨਾਲ ਦੀ ਨਾਲ ਉਹਦੀ ਆਪੋਜੀਸ਼ਨ ਸ਼ੁਰੂ ਹੋ ਗਈ, ਐਂਡ ਮੈਂ ਫਿਰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕੀ ਹੋ ਰਿਹਾ। ਫਿਰ ਮੈਂ ਜਦੋਂ ਆਸ-ਪਾਸ ਲੋਕਾਂ ਨਾਲ ਗੱਲ ਕੀਤੀ, ਸਮਝਿਆ, ਮੇਰੇ ਫਾਦਰ ਨਾਲ ਮੈਂ ਐਕਚੁਅਲੀ 2-3 ਘੰਟੇ ਦਾ ਸੈਸ਼ਨ ਕੀਤਾ ਡਿਟੇਲ ਸਮਝਣ ਵਾਸਤੇ ਕਿ ਕਿੱਥੇ ਕੀ ਪ੍ਰੋਬਲਮ ਹੈ। ਫਿਰ ਮੈਨੂੰ ਸਮਝ ਆਇਆ ਕਿ ਐਕਚੁਅਲੀ ਇਟਸ ਅ ਰੋਡ ਟੂ ਡਿਜ਼ਾਸਟਰ ਫॉर ਫਾਰਮਰਸ, ਕਿ ਇਹ ਤਾਂ ਉਹਨਾਂ ਦਾ ਐਕਚੁਅਲੀ ਲਾਈਫ ਖਤਮ ਹੋ ਜਾਏਗੀ, ਫਾਰਮਿੰਗ ਕਮਿਊਨਿਟੀ ਖਤਮ ਹੋ ਜਾਏਗੀ ਜਿੰਨਾ ਇਹਦਾ ਨੁਕਸਾਨ ਹੈਗਾ। ਸੋ ਦੈਨ ਆਈ ਰਿਅਲਾਈਜ਼ ਕਿ ਮੇਰੇ ਵਰਗੇ ਬੜੇ ਲੋਕ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆਉਣੀ ਪੜ੍ਹ ਕੇ ਸਿੱਧਾ। ਐਂਡ ਐਕਚੁਅਲੀ ਅਰਬਨ ਕਰਾਊਡ ਦੇ ਵਿੱਚ ਇਸ ਚੀਜ਼ ਦਾ ਨਹੀਂ ਸਮਝ ਆ ਰਹੀ ਸੀ, ਤਾਂ ਮੈਂ ਇਹਦੇ ਬਾਰੇ ਜਸਟ ਟੂ ਕ੍ਰੀਏਟ ਅਵੇਅਰਨੈਸ ਮੈਂ ਐਕਚੁਅਲੀ ਲਿਖਣਾ ਸ਼ੁਰੂ ਕੀਤਾ ਕਿ ਪ੍ਰੋਬਲਮ ਕੀ ਹੈ ਬਿਲਸ ਦੇ ਵਿੱਚ, ਤੇ ਫਾਰਮਰਸ ਕਿਉਂ ਲੜ ਰਹੇ ਹੈ, ਸਿਰਫ ਤਾਂ ਕਿ ਲੋਕਾਂ ਨੂੰ ਸਮਝ ਆਏ ਜਿਹੜੇ ਸ਼ਹਿਰਾਂ 'ਚ ਬੈਠੇ ਹੈ ਕਿ ਇਹ ਐਕਚੁਅਲੀ ਇਹਦੇ ਵਿੱਚ ਹਿਡਨ ਏਜੰਡਾਸ ਕੀ ਹੈਗੇ ਹੈ, ਜਿਹਦੇ ਕਰਕੇ ਫਾਰਮਰਸ ਨੂੰ ਇੰਨੀ ਟੈਨਸ਼ਨ ਹੋ ਰਹੀ ਹੈ, ਜਿਹਦੇ ਕਰਕੇ ਉਹ ਇੰਨੇ ਵਾਰਿਡ ਹੈ ਕਿ ਉਹਨਾਂ ਦਾ ਜਿਹੜੇ ਜ਼ਮੀਨਾਂ ਖੋਈਆਂ ਜਾਣਗੀਆਂ। ਐਂਡ ਬੜੀ ਆਪੋਜੀਸ਼ਨ ਮਿਲੀ ਉਹਦੇ ਤੇ ਮੈਨੂੰ, ਲੋਕਾਂ ਨੇ ਬੜੇ ਕਮੈਂਟ ਕੀਤੇ ਐਂਡ ਥਿੰਕਿੰਗ ਕਿ ਫਾਰਮਰਸ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਹੇ ਆ, ਉਹ ਤੇ ਅਨਪੜ੍ਹ ਹੈ, ਏਦਾਂ ਦੀ ਕੋਈ ਗੱਲ ਨਹੀਂ ਹੈ, ਉਹਨਾਂ ਦੇ ਫਾਇਦੇ ਲਈ ਬਿੱਲ ਹੈ। ਬੰਬੇ ਤੋਂ, ਦਿੱਲੀ ਤੋਂ, ਬੈਂਗਲੌਰ ਤੋਂ ਲੋਕਾਂ ਨੇ ਉਹਦੇ ਤੇ ਲਿਖਣਾ ਸ਼ੁਰੂ ਕੀਤਾ। ਸੋ ਮੈਂ ਕੋਸ਼ਿਸ਼ ਕੀਤੀ ਕਿ ਮੈਂ ਜਿੰਨਾ ਸਮਝਾ ਸਕਾਂ ਸਮਝਾਵਾਂ। ਫਿਰ ਸੀਗਾ ਕਿ ਇੱਕ ਵਾਰ ਟਿਕਰੀ ਜਾਣਾ ਹੈ, ਉੱਥੇ ਜਾਣਾ ਹੈ, ਪ੍ਰੋਟੈਸਟ ਤੇ ਜਾਣਾ, ਇੰਨਾ ਵੱਡਾ ਪ੍ਰੋਟੈਸਟ ਹੋ ਰਿਹਾ ਸੀ, ਹਿਸਟੋਰਿਕ ਇਵੈਂਟ ਸੀ ਇੱਕ। ਸੋ ਇੱਕ ਵਾਰ ਜਾ ਕੇ ਦੇਖਣਾ ਹੈ ਕਿ ਕੀ ਹੋ ਰਿਹਾ ਉੱਥੇ। ਐਂਡ ਮੇਰੀ ਇੱਕ ਫਰੈਂਡ ਹੈ ਬੜੀ ਕਲੋਜ਼, ਉਹਦੀ ਸਿਸਟਰ ਇਨ ਲਾ ਇੱਕ NGO ਰਨ ਕਰਦੇ ਆ ਮੋਹਾਲੀ, ਉਹਨਾਂ ਨੇ ਜਾਣਾ ਸੀਗਾ ਆਪਣਾ ਸਮਾਨ ਡਿਲੀਵਰ ਕਰਨ ਲਈ ਉੱਥੇ। ਐਂਡ ਮੈਂ ਉਹਨਾਂ ਦੇ ਨਾਲ ਟਾਈ ਅਪ ਕੀਤਾ, ਤੇ ਅਸੀਂ 5-6 ਕੁੜੀਆਂ ਹੋ ਗਈਆਂ ਜਾਣ ਵਾਲੀਆਂ, ਔਰ ਉਹਨਾਂ ਦੇ ਉਹਦੇ ਬ੍ਰਦਰ ਰਨ ਕਰਦੇ ਆ, ਤੇ ਉਹਨਾਂ ਨਾਲ 5-6 ਮੇਲ ਮੈਂਬਰ ਸੀਗੇ। ਔਰ ਉਹ ਜਿਹੜੀਆਂ ਅਸੀਂ 5-6 ਕੁੜੀਆਂ ਸੀਗੀਆਂ, ਤੇ ਇੱਕ ਟੈਗ ਲਾਈਨ ਬਣ ਗਈ, ਡਾਟਰਸ ਆਫ ਫਾਰਮਰਸ, ਕਿ ਡਾਟਰਸ ਆਫ ਫਾਰਮਰਸ ਆਰ ਵਿਜ਼ਿਟਿੰਗ ਫਾਰਮ ਪ੍ਰੋਟੈਸਟ। ਤੇ ਉਹ ਜਿਹੜੀ ਮੇਰੀ ਪਹਿਲੀ ਵਿਜ਼ਿਟ ਸੀਗੀ, ਉਹ ਇੰਨੀ ਮੂਵਿੰਗ ਸੀਗੀ ਕਿ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਈ। ਐਂਡ ਮੈਂ ਹੋਰ ਤੇ ਜ਼ਿਆਦਾ ਇਹਦੇ 'ਚ ਇਨਵੋਲਵ ਹੁੰਦੀ ਗਈ, ਬਿਕੋਜ਼ ਦੈਨ ਆਈ ਰਿਅਲਾਈਜ਼ ਕਿ ਇੱਥੇ ਹੈਲਪ ਦੀ ਲੋੜ ਹੈ, ਲੋਕਾਂ ਨੂੰ ਇਨਕਰੇਜ ਕਰਨ ਦੀ ਲੋੜ ਹੈ, ਲੇਡੀਜ਼ ਨੂੰ ਹੋਰ ਅੱਗੇ ਆਉਣ ਦੀ ਲੋੜ ਹੈ, ਅਰਬਨ ਕਰਾਊਡ ਨੂੰ ਐਡੂਕੇਟ ਕਰਨ ਦੀ ਲੋੜ ਹੈ। ਤੇ ਅਸੀਂ ਇੱਕ ਇਨੀਸ਼ੀਏਟਿਵ ਚਲਾਤਾ ਉਸ ਤੋਂ ਬਾਅਦ ਕਿ ਡਾਟਰਸ ਆਫ ਫਾਰਮਰਸ ਐਂਡ ਸਨਸ ਆਫ ਫਾਰਮਰਸ। ਮੈਂ ਇੱਥੇ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੂੰਗਾ, ਜਦੋਂ ਤੁਸੀਂ ਪਹਿਲੀ ਵਾਰ ਉੱਥੇ ਗਏ ਕਿੰਨੇ ਦਿਨ ਰਹਿ ਕੇ ਆਏ? ਅਬ ਇੱਕ ਦਿਨ ਦੀ ਵਿਜ਼ਿਟ ਸੀ, ਅਸੀਂ ਮਾਰਨਿੰਗ ਜਾ ਕੇ ਸ਼ਾਮੀ ਵਾਪਸ ਆ ਗਏ ਸੀ, ਸਮਾਨ ਡਿਲੀਵਰ ਕਰਕੇ। ਉੱਥੇ ਸਿੱਧੂਵਾਲ ਨਾਲ ਉਹਨਾਂ ਦਾ ਸੀਗਾ, ਉਹਨਾਂ ਨੂੰ ਮਿਲਣਾ ਸੀ, ਉਹਨਾਂ ਨਾਲ ਰਿਕੁਆਇਰਮੈਂਟਸ ਆਈਆਂ ਹੋਈਆਂ ਸੀ, ਤੇ ਉੱਥੇ ਜਾ ਕੇ ਉਹਨਾਂ ਨੂੰ ਮਿਲ ਕੇ, ਉਹਨਾਂ ਨਾਲ ਮੀਟਿੰਗ ਕਰਕੇ, ਸਮਾਨ ਡਿਲੀਵਰ ਕਰਕੇ ਅਸੀਂ ਸ਼ਾਮੀ ਵਾਪਸ ਆ ਗਏ। ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ, ਉਹ ਕਿਸ ਤਰ੍ਹਾਂ ਕੀਤਾ? ਫਰੈਂਡਸ ਨਾਲ ਗੱਲ ਹੋਈ, ਐਂਡ ਬੜੇ ਲੋਕਾਂ ਨੇ ਅਪਰੀਸ਼ੀਏਟ ਕੀਤਾ ਸੀ ਕਿ ਤੁਸੀਂ ਜਾ ਕੇ ਆਏ ਹੋ, ਕਿਵੇਂ ਐਕਸਪੀਰੀਅੰਸ ਸੀ, ਜਾਣਨ ਦੀ ਕੋਸ਼ਿਸ਼ ਕੀਤੀ। ਕੁਝ ਫਰੈਂਡਸ ਨੇ ਇੰਟਰਸਟ ਸ਼ੋ ਕੀਤਾ ਕਿ ਅਸੀਂ ਵੀ ਜਾਣਾ ਚਾਹੁੰਦੇ ਹਾਂ। ਦੈਨ ਵੀ ਥਾਟ ਕਿ ਜੇ ਆਪਾਂ ਜਾ ਰਹੇ ਹਾਂ ਤੇ ਹੋਰ ਵਿਮਨ ਸ਼ੁਡ ਗੈਟ ਇਨਸਪਾਇਰਡ, ਹੋਰ ਲੇਡੀਜ਼ ਨੂੰ ਜਾਣਾ ਚਾਹੀਦਾ, ਬਿਕੋਜ਼ ਉਸ ਟਾਈਮ ਤੇ ਨਾ ਇੱਕ
ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸੀਗਾ ਇਹ ਟੈਰਰਿਜ਼ਮ ਵਾਲਾ ਕਿ ਖਾਲਿਸਤਾਨੀ ਬੈਠੇ ਆ ਤੇ ਟੈਰਰਿਸਟ ਬੈਠੇ ਆ। ਸੋ ਇਹ ਬ੍ਰੇਕ ਕਰਨਾ ਬੜਾ ਜ਼ਰੂਰੀ ਸੀ ਕਿ ਜੇ ਅਸੀਂ ਜਾ ਰਹੇ ਹਾਂ, ਅਸੀਂ ਕੁੜੀਆਂ ਜਾ ਰਹੀਆਂ ਉੱਥੇ, ਕੱਲੀਆਂ ਕੁੜੀਆਂ ਵੀ ਜਾ ਰਹੀਆਂ ਹੈਗੀਆਂ ਉੱਥੇ, ਸਾਨੂੰ ਕੁਝ ਨਹੀਂ ਹੋ ਰਿਹਾ ਤੇ ਕਿੱਥੇ ਹੈ ਟੈਰਰਿਸਟ, ਸਾਨੂੰ ਕਿਉਂ ਨਹੀਂ ਟੈਰਰਿਸਟ ਦਿਖ ਰਹੇ। ਤੇ ਉਹਦੇ ਕਰਕੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ ਹੋਰ ਲੇਡੀਜ਼ ਨੂੰ ਇਨਸਪਾਇਰ ਕਰੀਏ। ਪਰ ਲੱਕੀਲੀ ਉਹ ਗਰੁੱਪ ਵੱਡਾ ਹੀ ਹੁੰਦਾ ਗਿਆ, ਹੋਰ ਲੇਡੀਜ਼ ਜੁੜਦੀਆਂ ਗਈਆਂ। ਸੋ ਫਿਰ ਅਸੀਂ ਇੱਕ ਅਗੇਨ ਇਹ ਡੇ ਵਿਜ਼ਿਟ ਸੀਗੀ, ਅਸੀਂ ਡੇ ਵਿਜ਼ਿਟ ਕੀਤੀ, ਉਹਦੇ 'ਚ ਅਸੀਂ ਕਾਫੀ ਕੁੜੀਆਂ ਇਕੱਠੀਆਂ ਹੋ ਗਈਆਂ, ਕਾਫੀ ਸਾਡੇ ਨਾਲ ਮੁੰਡੇ ਵੀ ਇਕੱਠੇ ਹੋ ਗਏ, ਅਸੀਂ ਸਾਰੇ ਗਏ ਉੱਥੇ। ਫਿਰ ਅਸੀਂ ਇੱਕ ਕਾਈਂਡ ਆਫ ਪ੍ਰੋਸੈਸ਼ਨ ਕੀਤੀ, ਬਹਾਦਰਗੜ੍ਹ ਤੋਂ ਲੈ ਕੇ ਟਿਕਰੀ ਮੇਨ ਸਟੇਜ ਤੱਕ ਅਸੀਂ ਟਰੈਕਟਰਸ ਤੇ ਗਏ। ਅਸੀਂ ਕੁੜੀਆਂ ਟਰੈਕਟਰਸ ਲੈ ਕੇ ਗਈਆਂ ਔਰ ਮੁੰਡੇ ਆਪਣੇ ਟਰੈਕਟਰਸ ਲੈ ਕੇ ਗਏ ਤੇ ਉਹਦੇ ਨਾਲ ਉਹ ਸੋਸ਼ਲ ਮੀਡੀਆ ਤੇ ਥੋੜਾ ਸਪਰੈਡ ਹੋਇਆ। ਐਂਡ ਦੈਨ ਪੀਪਲ ਰਿਅਲਾਈਜ਼ ਕਿ ਅੱਛਾ ਕੁੜੀਆਂ ਜਾ ਰਹੀਆਂ ਹੈਗੀਆਂ, ਮਤਲਬ ਵੈਸੇ ਤਾਂ ਹਰ ਜਗ੍ਹਾ ਹੋ ਹੀ ਰਿਹਾ ਸੀ ਪਰ ਸਾਡੇ ਆਸ-ਪਾਸ ਜਿਹੜਾ ਸੀਗਾ ਇੱਕ ਨਿਊਜ਼ ਥੋੜੀ ਸਪਰੈਡ ਹੋਈ ਕਿ ਅੱਛਾ ਇਹ ਸਾਰੀਆਂ ਕੁੜੀਆਂ ਗਈਆਂ ਉੱਥੇ ਜਾ ਕੇ ਆਈਆਂ, ਉੱਥੇ ਇਹ ਸਭ ਕਰਕੇ ਆਈਆਂ ਆਲ ਦੈਟ। ਤੇ ਉਹਦੇ ਨਾਲ ਐਕਚੁਅਲੀ ਹੋਰ ਲੇਡੀਜ਼ ਜੁੜਨੀਆਂ ਸ਼ੁਰੂ ਹੋ ਗਈਆਂ। ਵੀ ਸਟਾਰਟਡ ਗੈਟਿੰਗ ਕਾਲਸ ਔਰ ਮੈਸੇजेस ਕਿ ਅੱਛਾ ਤੁਸੀਂ ਗਏ ਸੀ, ਕਿਵੇਂ ਸੀ ਐਕਸਪੀਰੀਅੰਸ, ਸੇਫ ਹੈ ਨਹੀਂ ਸੇਫ ਹੈ, ਅਸੀਂ ਜਾਣਾ ਚਾਹੁੰਦੇ ਹਾਂ। ਇੱਕ ਬੜੀ ਮੂਵਿੰਗ ਗੱਲ ਸੀਗੀ ਕਿ ਮੇਰੇ ਇੱਕ ਫਰੈਂਡ ਹੈਗੇ ਮੋਹਾਲੀ ਤੋਂ, ਸਾਡੀ ਕੋਈ ਬਹੁਤ ਰੈਗੂਲਰਲੀ ਗੱਲ ਨਹੀਂ ਹੁੰਦੀ ਪਰ ਇੱਕ ਦਿਨ ਉਹਨਾਂ ਨੇ ਸਪੈਸ਼ਲੀ ਮੈਨੂੰ ਮੈਸੇਜ ਕੀਤਾ, ਕਹਿੰਦੇ ਕਿਰਨ ਮੇਰੀ ਬੇਟੀ ਨੇ ਜਾਣਾ ਹੈ ਤੇ ਮੈਂ ਸੋਚਿਆ ਜੇ ਤੁਸੀਂ ਜਾਂਦੇ ਆ ਤਾਂ ਤੁਸੀਂ ਲੈ ਕੇ ਜਾ ਸਕਦੇ ਆ ਉਹਨੂੰ, ਉਹ ਜਾ ਕੇ ਰਹਿਣਾ ਚਾਹੁੰਦੇ ਆ ਉੱਥੇ 2-3 ਦਿਨ। ਐਂਡ ਸੋ ਏਦਾਂ ਦਾ ਲੋਕਾਂ ਦਾ ਕੌਨਫੀਡੈਂਸ ਬਣਿਆ ਉਸ ਤੋਂ ਬਾਅਦ ਕਿ ਤੁਸੀਂ ਜਾ ਸਕਦੇ ਆ ਤੇ ਬੜੀਆਂ ਲੇਡੀਜ਼ ਗਈਆਂ। ਮੈਮ ਤੁਸੀਂ ਜਾ ਵੀ ਰਹੇ ਹੋ ਤੇ ਤੁਸੀਂ ਹੁਣ ਦੁਬਾਰਾ ਫਿਰ ਜਾਣਾ ਆ, ਪਰ ਕੋਈ ਏਦਾਂ ਦਾ ਯਾਦਗਾਰੀ ਕਿੱਸਾ ਉੱਥੇ ਰਿਹਾ ਹੋਵੇ ਜਿਹੜਾ ਤੁਹਾਨੂੰ ਅੱਜ ਵੀ ਯਾਦ ਹੋਵੇ? ਪਹਿਲੀ ਵਿਜ਼ਿਟ ਦੀ ਜੇ ਮੈਂ ਗੱਲ ਕਰਾਂ, ਆਈ ਥਿੰਕ that is something ਜਿਹੜੀ ਇੱਕ ਤਰ੍ਹਾਂ ਨਾਲ ਛਪ ਗਈ ਹੈ ਮਨ 'ਚ ਤੇ ਮਾਈਂਡ ਤੇ। ਜਦੋਂ ਪਹਿਲੀ ਵਾਰ ਮੈਂ ਵਿਜ਼ਿਟ ਕੀਤਾ ਹੈ ਉਹ ਬੜੀ ਕਨਫਿਊਜ਼ਿੰਗ ਫੀਲਿੰਗ ਸੀ ਉਸ ਟਾਈਮ ਤੇ। ਉੱਥੇ ਜਾ ਕੇ ਨਾ ਸਮਝ ਨਹੀਂ ਆਇਆ ਕਿ ਫੀਲ ਕੀ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਪਾਸੇ ਤੁਹਾਨੂੰ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿ ਤੁਹਾਡੇ ਬੰਦੇ ਏਦਾਂ ਇੱਥੇ ਬੈਠੇ ਹੈ, ਉਹ ਕਿਸਾਨ ਜਿਹੜੇ ਇੰਨੀ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦੇ ਆ, ਜਿਹੜੇ 6-6 ਮਹੀਨੇ ਠੰਡਾਂ ਦੇ ਵਿੱਚ ਪਾਣੀਆਂ 'ਚ ਤੁਰੇ ਫਿਰਦੇ ਹੈ, ਗਰਮੀਆਂ ਦੇ ਵਿੱਚ ਝੋਨੇ ਲਾਉਂਦੇ ਹੈ ਗਰਮ ਪਾਣੀ ਦੇ ਵਿੱਚ, ਉਹ ਕਿਹੋ ਜਿਹੀਆਂ ਹਾਲਾਤਾਂ 'ਚੋਂ ਲੰਘਦੇ ਹੈ ਤੇ ਅੱਜ ਆਪਣੇ ਹੱਕਾਂ ਲਈ ਆਪਣੇ ਬਜ਼ੁਰਗ ਬੱਚੇ ਇੱਥੇ ਇਹਨਾਂ ਹਾਲਾਤਾਂ 'ਚ ਬੈਠੇ। ਉਦੋਂ ਬਹੁਤ ਠੰਡ ਸੀ ਉਸ ਟਾਈਮ ਤੇ। ਸ਼ਾਇਦ ਤੁਸੀਂ ਭਾਵੁਕ ਹੋ ਗਏ ਹੋ ਮੈਨੂੰ ਲੱਗਦਾ। ਯਾ ਥੋੜਾ ਜਿਹਾ ਜਦੋਂ ਮੈਂ ਉਹ ਸੋਚਦੀ ਆ ਨਾ ਮੈਨੂੰ ਥੋੜਾ ਹੋ ਜਾਂਦਾ ਹੈ। ਸੋ ਉਸ ਟਾਈਮ ਤੇ ਇੱਕ ਸਾਈਡ ਤੇ ਇਹ ਲੱਗ ਰਿਹਾ ਸੀਗਾ ਔਰ ਦੂਸਰੀ ਸਾਈਡ ਤੇ ਉਹਨਾਂ ਨੂੰ ਦੇਖ ਕੇ ਜੋ ਇੱਕ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਉਹਨਾਂ, ਬਿਕੋਜ਼ ਜਿੰਨੇ ਲੋਕ ਬੈਠੇ ਸੀਗੇ ਨੋ ਮੈਟਰਸ, ਤੁਸੀਂ ਉਹਨਾਂ ਨੂੰ ਦੇਖ ਕੇ ਤੁਹਾਨੂੰ ਥੋੜਾ ਔਖਾ ਲੱਗ ਰਿਹਾ ਹੈ ਪਰ ਉਹਨਾਂ ਦੇ ਜੋ ਜਜ਼ਬਾ ਸੀ ਸ਼ਕਲਾਂ ਤੇ, ਜੋ ਜੋਸ਼ ਸੀ, ਜਿਹੜੇ ਚੜ੍ਹਦੀ ਕਲਾ 'ਚ ਲੋਕੀ ਬੈਠੇ ਸੀਗੇ, ਯੂ ਡੋਨਟ ਨੋ ਹਾਊ ਟੂ ਫੀਲ। ਉਸ ਟਾਈਮ ਐਕਚੁਅਲੀ ਸਮਝ ਨਹੀਂ ਆਉਂਦਾ ਕਿ ਕਿੱਦਾਂ ਫੀਲ ਕਰੀਏ, ਕਿ ਹੱਸੀਏ ਜਾਂ ਰੋਈਏ ਸੀਰੀਅਸਲੀ। ਐਂਡ ਉਹਨਾਂ ਨੂੰ ਦੇਖ ਕੇ ਫਿਰ ਬੜੀ ਮੋਟੀਵੇਸ਼ਨ ਮਿਲਦੀ ਹੈ ਜੀ। ਉਹਨਾਂ ਨੂੰ ਦੇਖ ਕੇ ਹੀ ਜਿਹੜਾ ਇੱਕ ਉਹ ਜੋਸ਼ ਆਇਆ ਸੀ, ਇੱਕ ਮੋਟੀਵੇਸ਼ਨ ਆਈ ਸੀ ਕਿ ਇਹ ਸਾਰੇ ਇੱਥੇ ਬੈਠੇ ਹੈ, ਇੰਨੇ ਜੋਸ਼ ਨਾਲ ਬੈਠੇ ਹੈ, ਇੰਨੀ ਚੜ੍ਹਦੀ ਕਲਾ 'ਚ ਬੈਠੇ ਹੈ ਤੇ ਆਪਾਂ ਕੀ ਕਰ ਰਹੇ ਹਾਂ ਪਿੱਛੇ ਬੈਠ ਕੇ? ਆਪਾਂ ਨੂੰ ਅੱਗੇ ਲਾ ਕੇ ਹੈਲਪ ਕਰਨੀ ਚਾਹੀਦੀ ਹੈ, ਇਹ 'ਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਐਂਡ ਆਈ ਥਿੰਕ ਉਹੀ ਇੱਕ ਇਨਸੀਡੈਂਟ ਸੀ ਜਿਹਦੇ ਕਰਕੇ ਮੈਂ ਉਸ ਤੋਂ ਬਾਅਦ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਅਸੀਂ ਬਾਰ-ਬਾਰ ਜਿੰਨਾ ਕਰ ਸਕੇ ਕਰਦੇ ਰਹੇ ਹਾਂ, ਹੈਲਪ ਵੀ ਕਰਦੇ ਰਹੇ ਹਾਂ, ਉੱਥੇ ਚੀਜ਼ਾਂ ਵੀ ਅਰੇਂਜ ਕਰਦੇ ਰਹੇ ਹਾਂ, ਲੋਕਾਂ ਨੂੰ ਇਨਕਰੇਜ ਵੀ ਕਰਦੇ ਰਹੇ ਹਾਂ, ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ। ਜਿਵੇਂ ਕਿ ਮੈਮ ਤੁਸੀਂ ਹੁਣ ਉੱਥੇ ਗਏ ਹੋ, ਤੁਸੀਂ ਇੰਨਾ ਮਾਹੌਲ ਦੇਖਿਆ ਉੱਥੇ ਦਾ। 26 ਦੀ ਘਟਨਾ ਹੋਈ ਸੀ, 26 ਦੀ ਘਟਨਾ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਬਹੁਤ ਜ਼ਿਆਦਾ ਸਵਾਲ ਸੀ ਕਿ ਮਾਹੌਲ ਉੱਥੇ ਦਾ ਖਰਾਬ ਹੋ ਰਿਹਾ ਹੈ, ਉੱਥੇ ਹੁਣ ਰਹਿਣ ਵਾਲਾ ਮਾਹੌਲ ਨਹੀਂ ਰਿਹਾ, ਕਿਉਂਕਿ ਕਦੇ ਵੀ ਕੋਈ ਵੀ ਆਉਂਦਾ ਸੀ ਤੇ ਕਦੇ ਵੀ ਕੋਈ ਵੀ ਹਮਲਾ ਹੋ ਜਾਂਦਾ ਸੀਗਾ, ਹੈ ਨਾ। ਤੇ ਤੁਸੀਂ 26 ਦੀ ਤਰੀਕ ਜਿਸ ਦਿਨ ਪਰੇਡ ਹੋਈ ਹੈ ਉਸ ਦਿਨ ਤੁਸੀਂ ਉੱਥੇ ਸੀ? ਹਾਂਜੀ ਬਿਲਕੁਲ। ਤੇ ਨਾਲ ਗਏ ਸੀ ਤੁਸੀਂ? ਬਿਲਕੁਲ ਅਸੀਂ ਟਿਕਰੀ ਤੋਂ ਚੱਲੇ ਸੀ ਜੀ ਤੇ ਅਸੀਂ forgot the name, ਟਿਕਰੀ ਤੋਂ ਜਿੱਥੇ ਨੰਗਲੋਈ ਤੋਂ ਅੱਗੇ ਤੱਕ ਅਸੀਂ ਗਏ ਸੀ। ਤੇ ਉਸ ਦਿਨ ਵੀ ਮਤਲਬ ਜਿੱਦਾਂ ਮੀਡੀਆ, ਨੈਸ਼ਨਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਸੀ, ਕਿਉਂਕਿ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ ਸ਼ਾਮ ਤੋਂ ਬਾਅਦ, ਤੇ ਨੈਸ਼ਨਲ ਮੀਡੀਆ ਵੱਲੋਂ ਕੁਝ ਅਜਿਹੋ ਜਿਹੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀਗੀਆਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਹੋ ਗਿਆ ਸੀ। ਤੇ ਤੁਹਾਨੂੰ ਇਦਾਂ ਦੀ ਕੋਈ ਉੱਥੇ ਗੱਲ ਲੱਗੀ ਕਿ ਕਿਉਂਕਿ ਤੁਸੀਂ ਇੱਕ ਕੁੜੀ ਹੋਣ ਦੇ ਨਾਤੇ ਉੱਥੇ ਗਏ ਹੋ, ਇੰਨਾ ਵੱਡਾ ਇਕੱਠ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਸੀਗੇ ਉੱਥੇ, ਤੇ ਤੁਹਾਨੂੰ ਕੋਈ ਤਕਲੀਫ ਆਈ ਹੈ? ਕਿਉਂਕਿ ਬਾਹਰ ਜਦੋਂ ਦਿਖਾਇਆ ਜਾ ਰਿਹਾ ਸੀ ਤੇ ਦਿਖਾਇਆ ਜਾ ਰਿਹਾ ਸੀਗਾ ਕਿ ਬਹੁਤ ਮਾੜਾ ਮਾਹੌਲ ਚੱਲ ਰਿਹਾ ਹੈ, ਕਿਸੇ ਦੇ ਲਾਠੀ
ਲਾਠੀ ਚਾਰਜ ਹੋ ਰਿਹਾ ਹੈ ਜਾਂ ਫਿਰ ਬੈਰੀਅਰਸ ਤੋੜੇ ਜਾ ਰਹੇ ਨੇ, ਪੁਲਿਸ ਤੇ ਹਮਲਾ ਹੋਇਆ, ਇਦਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲੀਆਂ। ਉਸ ਦਿਨ ਦੀਆਂ ਜੋ ਮੀਡੀਆ 'ਚ ਦਿਖਾਇਆ ਗਿਆ ਤੇ ਜੋ ਅਸਲ 'ਚ ਹੋਇਆ, ਉਹਦੇ 'ਚ ਮੀਡੀਆ ਨੇ ਕੀ ਦਿਖਾਇਆ? ਮੀਡੀਆ ਨੇ ਜਿੰਨਾ ਨੈਗੇਟਿਵ ਸੀ ਉਹ ਦਿਖਾਇਆ। ਮੀਡੀਆ ਨੇ ਦਿਖਾਇਆ ਕਿ ਜਦੋਂ ਆਪਣੇ ਕਿਸਾਨ ਐਕਚੁਅਲੀ ਬਾਰਡਰ ਕ੍ਰਾਸ ਕਰਕੇ ਦਿੱਲੀ 'ਚ ਐਂਟਰ ਕੀਤੇ ਹੈ, ਉਦੋਂ ਦਿੱਲੀ ਵਾਲਿਆਂ ਨੇ ਫੁੱਲ ਸਿੱਟ ਕੇ ਉਹਨਾਂ ਦਾ ਵੈਲਕਮ ਕੀਤਾ ਹੈ, ਰਾਈਟ? ਅਸੀਂ ਐਕਸਪੀਰੀਅੰਸ ਕੀਤਾ, ਉਹ ਸਾਡੇ ਤੇ ਸਾਹਮਣੇ ਹੋਇਆ ਹੈਗਾ। ਜਦੋਂ ਦਿੱਲੀ 'ਚੋਂ ਸਾਡੀਆਂ ਟਰਾਲੀਆਂ ਜਾ ਰਹੀਆਂ ਸੀਗੀਆਂ, ਉਸ ਟਾਈਮ ਤੇ ਲੋਕ ਘਰਾਂ ਚੋਂ ਨਿਕਲ ਕੇ ਸੜਕਾਂ ਦੇ ਦੋਨੇ ਪਾਸੇ ਖੜੇ ਹੋਏ ਸੀਗੇ। ਆਈ ਮੀਨ ਉਹ ਜੋ ਸੀਨ ਸੀਗਾ ਨਾ, ਉਹ ਤੁਸੀਂ ਤੁਹਾਨੂੰ ਦੇਖ ਕੇ ਫੀਲ ਕਰ ਸਕਦੇ ਆ। ਦੋਨੇ ਪਾਸੇ ਲੋਕ ਖੜੇ ਹੋਏ ਸੀਗੇ, ਨਾਰੇ ਲਾ ਰਹੇ ਸੀਗੇ, ਝੰਡੇ ਲੈ ਕੇ ਖੜੇ ਸੀ, ਵੈਲਕਮ ਟੂ ਦਿੱਲੀ, ਐਂਡ ਫਾਰਮਰ ਪ੍ਰੋਟੈਸਟ ਦੇ ਝੰਡੇ ਲੈ ਕੇ ਖੜੇ ਸੀ, ਲੇਡੀਜ਼ ਖੜੀਆਂ ਸੀ, ਬੱਚੇ ਖੜੇ ਸੀ, ਹਰ ਤਰ੍ਹਾਂ ਦੇ ਲੋਕ ਖੜੇ ਸੀਗੇ। ਮੈਮ ਇੱਥੇ ਤੁਹਾਨੂੰ ਮੈਂ ਰੋਕਣਾ ਚਾਹੂੰਗਾ, ਤੁਸੀਂ ਹੋਰ ਉੱਥੇ ਕੀ ਕੁਝ ਦੇਖਿਆ ਆਪਾਂ ਜ਼ਰੂਰ ਪੁੱਛਾਂਗੇ, ਪਰ ਸਮਾਂ ਇੱਥੇ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਇਸ ਵੇਲੇ ਗੱਲ ਚੱਲ ਰਹੀ ਹੈ ਕਿਰਨ ਢਿੱਲੋਂ ਜੀ ਦੇ ਨਾਲ ਕਿਸਾਨ ਅੰਦੋਲਨ ਦੇ ਬਾਰੇ। 26 ਤਰੀਕ ਨੂੰ ਲੈ ਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਸੀਗੇ ਕਿ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਉੱਥੇ ਕੀ ਮਾਹੌਲ ਹੈ, ਸੋ ਉਸ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਮੈਮ, ਤੁਸੀਂ ਉਸ ਦਿਨ ਉੱਥੇ ਗਏ ਹੋ, ਤੁਸੀਂ ਗੱਲ ਦੱਸ ਰਹੇ ਸੀਗੇ ਕਿ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਉੱਥੇ ਦਾ ਰਿਹਾ? ਰਾਈਟ ਜੀ। ਸੋ ਬੜੀਆਂ ਸਾਰੀਆਂ ਸੋਹਣੀਆਂ ਚੀਜ਼ਾਂ ਹੋਈਆਂ, ਦਿੱਲੀ 'ਚ ਵੈਲਕਮ ਕੀਤਾ ਗਿਆ ਫਲਾਵਰ ਸੁੱਟ ਕੇ, ਦੋਨੋਂ ਸਾਈਡ ਤੇ ਲੋਕ ਖੜੇ ਸੀਗੇ। ਬਲਕਿ ਬਿਕੋਜ਼ ਅਸੀਂ ਕੀ ਕਰਦੇ ਸੀ, ਟ੍ਰੈਫਿਕ ਕਾਫੀ ਸੀਗਾ, ਬਹੁਤ ਟਰਾਲੀਆਂ ਬੈਕ ਟੂ ਬੈਕ ਜਾ ਰਹੀਆਂ ਸੀਗੀਆਂ ਤੇ ਕਈ ਵਾਰ ਬਹੁਤ ਹੌਲੀ ਹੋ ਜਾਂਦਾ ਸੀ, ਰੁਕ ਵੀ ਜਾਂਦੇ ਸੀ, ਤਾਂ ਅਸੀਂ ਟਰਾਲੀਆਂ ਤੋਂ ਉਤਰ ਕੇ ਚੱਲਣਾ ਸ਼ੁਰੂ ਕਰ ਦਿੰਦੇ ਸੀ। ਐਂਡ ਤੁਸੀਂ ਕੁੜੀਆਂ ਦੀ ਸੇਫਟੀ ਦੀ ਗੱਲ ਕਰਦੇ ਹੋ, ਸਾਡੇ ਕੋਲ ਆਪਣੀ ਕੋਈ ਟਰਾਲੀ ਨਹੀਂ ਸੀ। ਅੱਛਾ। ਅਸੀਂ ਕਿਸੇ ਵੀ ਟਰਾਲੀ ਤੇ ਬੈਠ ਜਾਂਦੇ ਸੀ, ਠੀਕ ਹੈ। ਜਿੱਥੇ ਉਹ ਟ੍ਰੈਫਿਕ ਜੈਮ ਹੋ ਜਾਂਦਾ ਸੀ, ਰੁਕ ਜਾਂਦੀਆਂ ਸੀ ਟਰਾਲੀਆਂ, ਅਸੀਂ ਉਤਰਦੇ ਸੀ, ਉਤਰ ਕੇ ਅਸੀਂ ਫੇਰ ਚੱਲਣਾ ਸ਼ੁਰੂ ਕਰ ਦਿੰਦੇ ਸੀ। ਅੱਗੇ ਜਾ ਕੇ ਜਿੱਥੇ ਥੱਕ ਜਾਂਦੇ ਸੀ, ਕਿਸੇ ਹੋਰ ਦੀ ਟਰਾਲੀ 'ਚ ਬੈਠ ਜਾਂਦੇ ਸੀ। ਸੋ ਦੈਟ ਇਜ਼ ਅ ਸੇਫਟੀ। ਸੋ ਰਾਸਤੇ ਜਿੱਥੇ ਜਿੱਥੇ ਅਸੀਂ ਦੇਖਿਆ ਕਿ ਕਈ ਵਾਰ ਬੱਚੇ ਬੈਠੇ ਸੀ ਜਾਂ ਵੱਡੇ ਵੀ ਬੈਠੇ ਸੀਗੇ, ਬਲਕਿ ਜਦੋਂ ਉਹਨਾਂ ਨੂੰ ਸਰਦਾਰ ਦਿਖਦਾ ਸੀ ਕੋਈ, ਪੱਗ ਬੰਨਿਆ ਵੀ, ਉੱਥੇ ਹਰਿਆਣਾ ਵਾਲੇ ਵੀ ਬਹੁਤ ਸਾਰੇ ਸੀਗੇ, ਤੇ ਜਦੋਂ ਅਸੀਂ ਸਾਡੇ ਨਾਲ ਸਰਦਾਰ ਮੁੰਡੇ ਸੀਗੇ, ਜਦੋਂ ਸਰਦਾਰ ਨਿਕਲਦੇ ਸੀ ਤਾਂ ਜਕਾਰਾ ਵੀ ਲਗਾ ਦਿੰਦੇ ਸੀ। ਦਿੱਲੀ ਦੇ ਬੱਚੇ ਜਾਂ ਦਿੱਲੀ ਦੇ ਲੋਕੀ ਬੜੇ ਖੁਸ਼ ਹੋ ਰਹੇ ਸੀ ਲੋਕ ਦੇਖ ਕੇ ਕਿ ਕੀ ਹੋ ਰਿਹਾ ਹੈ, ਐਂਡ ਚੰਗੀ ਚੀਜ਼ ਹੋ ਰਹੀ ਹੈਗੀ ਹੈ। ਬਟ ਔਨ ਦੀ ਅਦਰ ਸਾਈਡ ਗਵਰਨਮੈਂਟ ਵੱਲੋਂ ਬੜੀਆਂ ਜਿਹੜੀਆਂ ਗਲਤ ਚੀਜ਼ਾਂ ਕੀਤੀਆਂ ਗਈਆਂ। ਅਸੀਂ ਜਦੋਂ ਨੰਗਲੋਈ ਪਹੁੰਚੇ, ਨੰਗਲੋਈ ਪਹੁੰਚਣ ਤੋਂ ਪਹਿਲਾਂ ਸਾਨੂੰ ਨਿਊਜ਼ ਮਿਲ ਗਈ ਸੀ ਕਿ ਉੱਥੇ ਨੰਗਲੋਈ ਦੇ ਬੈਰੀਕੇਡ ਟੁੱਟਣੇ ਸ਼ੁਰੂ ਹੋ ਗਏ ਹੈ। ਸੋ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ, ਬੈਰੀਕੇਡ ਕਿਉਂ ਟੁੱਟ ਰਿਹਾ, ਜਦੋਂ ਸਾਰਾ ਕੁਝ ਤੇ ਮਾਰਕਡ ਹੈ, ਐਵਰੀਥਿੰਗ ਇਜ਼ ਪਲਾਨਡ ਕਿ ਕਿੱਧਰ ਦੀ ਜਾਣਾ ਹੈਗਾ, ਤੇ ਅੱਜ ਕਿਉਂ ਬੈਰੀਕੇਡ ਤੋੜਨ ਲੱਗ ਗਏ? ਸਾਨੂੰ ਵੀ ਨਹੀਂ ਸਮਝ ਆ ਰਿਹਾ ਸੀ, ਕਿਉਂਕਿ ਨਿਊਜ਼ ਦੀ ਐਕਸੈਸ ਹੈ ਨਹੀਂ ਸੀ ਉਸ ਟਾਈਮ। ਸਾਨੂੰ ਸਾਡੇ ਫਰੈਂਡਸ ਹੀ ਚੰਡੀਗੜ੍ਹੋਂ ਕਾਲ ਕਰਕੇ ਦੱਸ ਰਹੇ ਸੀ ਕਿ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਜਾਂ ਉੱਥੇ ਜਿਹੜੇ ਅੱਗੇ ਲੋਕ ਸੀਗੇ। ਸੋ ਫਿਰ ਸਾਨੂੰ ਖਬਰ ਮਿਲੀ ਕਿ ਆਪਣਾ ਰੈੱਡ ਫੋਰਟ ਤੇ ਜਿਹੜਾ ਹੈਗਾ ਲੋਕ ਆਪਣੇ ਪਹੁੰਚ ਗਏ ਹੈ, ਪਰ ਉੱਥੇ ਹੋ ਕੀ ਰਿਹਾ ਉਹ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਖਾਸ। ਨੰਗਲੋਈ ਜਦੋਂ ਅਸੀਂ ਪਹੁੰਚੇ ਹਾਂ, ਉੱਥੇ ਜਾ ਕੇ ਉਦੋਂ ਤੱਕ ਬੈਰੀਕੇਡ ਟੁੱਟ ਚੁੱਕੇ ਸੀਗੇ, ਲੋਕ ਨਿਕਲਣੇ ਸ਼ੁਰੂ ਹੋ ਚੁੱਕੇ ਸੀ। ਐਂਡ ਅਸੀਂ ਕ੍ਰਾਸ ਕੀਤਾ, ਉੱਥੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਸਾਈਡ ਤੋਂ ਅਪਰੂਵਡ ਸਾਈਡ ਸੀਗੀ, ਜਿੱਥੋਂ ਲੰਘਣਾ ਸੀਗਾ, ਉਸ ਸਾਈਡ ਤੇ ਬੈਰੀਕੇਡਿੰਗ ਕੀਤੀ ਹੋਈ ਸੀ। ਸੋ ਗਵਰਨਮੈਂਟ ਦੀ ਗਲਤੀ ਸੀ, ਮਤਲਬ ਉਹਨਾਂ ਨੇ ਖੁਦ ਹੀ ਰਾਸਤਾ ਦੇ ਕੇ ਖੁਦ ਹੀ ਰਾਸਤੇ ਰੋਕ ਦਿੱਤੇ। ਸੋ ਉਹਦਾ ਮਤਲਬ ਕੀ ਹੋਇਆ? ਤੁਸੀਂ ਇਨਸਟੀਗੇਟ ਕਰ ਰਹੇ ਹੋ ਨਾ ਆਪ ਹੀ। ਇੱਕ ਸਾਈਡ ਤੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਪੀਸਫੁਲ ਹੋਣਾ ਚਾਹੀਦਾ ਹੈ, ਫਾਰਮਰਸ ਨੂੰ ਗਲਤੀ ਨਹੀਂ ਕਰਨੀ ਚਾਹੀਦੀ, ਦੂਸਰੀ ਸਾਈਡ ਤੇ ਤੁਸੀਂ ਆਪ ਹੀ ਉਹਨਾਂ ਦਾ ਰਾਸਤਾ ਰੋਕ ਰਹੇ ਹੋ। ਉਹ ਕ੍ਰਾਸ ਕਰਕੇ ਅਸੀਂ ਮੈਟਰੋ ਸਟੇਸ਼ਨ ਤੇ ਪਹੁੰਚੇ। ਉੱਥੇ ਡਾਕਟਰ ਸਵਾਈਮਨ ਸਿੰਘ ਨੇ ਆਪਣਾ ਮੈਡੀਕਲ ਕੈਂਪ ਲਗਾਇਆ ਹੋਇਆ ਸੀ। ਅਸੀਂ ਸਵੇਰੇ ਉਹਨਾਂ ਨਾਲ ਜਾਣਾ ਸੀ, ਪਰ ਅਸੀਂ ਲੇਟ ਹੋ ਗਏ ਸੀਗੇ। ਜਦੋਂ ਮੈਂ ਉੱਥੇ ਪਹੁੰਚੀ ਹਾਂ, ਡਾਕਟਰ ਸਵਾਈਮਨ ਇੱਦਾਂ ਸਟ੍ਰੈਸਡ ਖੜੇ ਹੋਏ ਸੀਗੇ, ਔਰ ਮੈਂ ਉਹਨਾਂ ਨੂੰ ਪੁੱਛਿਆ ਕਿ ਹੋਇਆ ਕੀ ਹੈ, ਬਟ ਉਸ ਟਾਈਮ ਲੋਟ ਵਾਸ ਹੈਪਨਿੰਗ, ਤੇ ਉਹ ਬੜੇ ਪਰੇਸ਼ਾਨ ਸੀ। ਫਿਰ ਉੱਥੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਕਿਰਨ ਮੈਨੂੰ ਸਮਝ ਨਹੀਂ ਆ ਰਿਹਾ ਕਰੀਏ ਕੀ। ਇੱਕ ਪਾਸੇ ਤਾਂ ਉਹਨਾਂ ਨੇ ਬੇਸਿਕਲੀ ਉੱਥੇ ਜਦੋਂ ਲਾਠੀ ਚਾਰਜ ਸ਼ੁਰੂ ਹੋਇਆ ਤੇ ਸਭ ਕੁਝ ਹੋਇਆ, ਪੁਲਿਸ ਵਾਲਿਆਂ ਦੇ ਵੀ ਵੱਜੀਆਂ, ਫਾਰਮਰਸ ਦੇ ਵੀ ਵੱਜੀਆਂ, ਬਾਕੀ ਜਿਹੜੀਆਂ ਫੋਰਸਸ ਸੀਗੀਆਂ, ਆਈ ਡੋਨਟ ਨੋ CRPF ਵਾਲੇ ਸੀ ਜਾਂ ਜਿਹੜੀ ਵੀ ਫੋਰਸਸ ਸੀਗੀਆਂ, ਉਹਨਾਂ ਦੇ ਵੀ ਵੱਜੀਆਂ। ਇਹਨਾਂ ਦੀ ਮੈਡੀਕਲ ਟੀਮ ਨੇ ਸਾਰਿਆਂ ਦਾ ਇਲਾਜ ਕੀਤਾ। ਅੱਛਾ। ਇਹਨਾਂ ਨੇ ਪੁਲਿਸ ਵਾਲਿਆਂ ਦਾ ਵੀ ਇਲਾਜ ਕੀਤਾ, ਇਹਨਾਂ ਨੇ ਆਰਮੀ ਦਾ ਵੀ ਇਲਾਜ ਕੀਤਾ, ਇਹਨਾਂ ਨੇ ਫਾਰਮਰਸ ਦਾ ਵੀ ਇਲਾਜ ਕੀਤਾ। ਤੇ ਇਹਨਾਂ ਦੇ ਵੋਲੰਟੀਅਰ
ਉੱਥੇ ਜਦੋਂ ਪੁਲਿਸ ਵਾਲੇ ਦੀ ਸਟਿਚਿੰਗ ਕਰ ਰਹੇ ਸੀਗੇ, ਪਿੱਛੋਂ ਉਹਨਾਂ ਨੇ ਆ ਕੇ ਉਸੇ ਵਲੰਟੀਅਰ ਦਾ ਸਿਰ ਪਾੜਤਾ, ਫੋਰਸਸ ਨੇ ਆ ਕੇ। ਓਹੋ, ਓਕੇ। ਸੋ ਇੱਕ ਵਲੰਟੀਅਰ ਦੀ ਬਾਂਹ ਟੁੱਟੀ ਹੋਈ ਸੀ, ਇੱਕ ਦਾ ਸਿਰ ਪਾੜ ਗਿਆ ਸੀ, ਉਹ ਜਾ ਚੁੱਕਿਆ ਸੀ ਐਂਬੂਲੈਂਸ ਦੇ ਵਿੱਚ। ਪੁਲਿਸ ਵਾਲਿਆਂ ਨੇ ਉਹਨਾਂ ਨੇ ਐਂਬੂਲੈਂਸ 'ਚ ਪਾ ਕੇ ਹਸਪੀਟਲਸ ਭੇਜਿਆ। ਅੱਛਾ। ਔਰ ਇਹਨਾਂ ਦੇ ਮੈਡੀਕਲ ਵੋਲੰਟੀਅਰਸ ਜਿਨ੍ਹਾਂ ਨੇ ਮੈਡੀਕਲ ਜੈਕਟਸ ਪਾਈਆਂ ਹੋਈਆਂ, ਉਹਨਾਂ ਨੂੰ ਹੀ ਇਹ ਫੋਰਸ ਜਿਹੜੀ ਸੀ ਕੁੱਟ ਰਹੀ ਸੀ ਉੱਥੇ। ਮੈਮ ਇਹ ਜਿਹੜੀਆਂ ਤੁਸੀਂ ਅੱਜ ਗੱਲਾਂ ਦੱਸ ਰਹੇ ਹੋ, ਮੈਨੂੰ ਲੱਗਦਾ ਪੂਜਾ ਜੀ ਇਹ ਗੱਲਾਂ ਕਿਤੇ ਨਾ ਕਿਤੇ ਲੁਕੀਆਂ ਰਹਿ ਗਈਆਂ। ਬਿਲਕੁਲ, ਕਿਉਂਕਿ ਇਹ ਪਬਲਿਕ ਦੇ ਸਾਹਮਣੇ ਨਹੀਂ ਆਈਆਂ ਗੱਲਾਂ ਜੀ, ਕਿਉਂਕਿ ਮੈਮ ਜਿੱਦਾਂ ਦੱਸ ਰਹੇ ਕਿ ਇਹ ਉੱਥੇ ਸੀ, ਔਰ ਸਾਡੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਉਸ ਦਿਨ ਉੱਥੇ ਪਰੇਡ 'ਚ ਸ਼ਾਮਲ ਸੀ, ਉਹਨਾਂ ਨੇ ਇਹ ਚੀਜ਼ਾਂ ਅੱਖੀ ਦੇਖੀਆਂ ਨੇ, ਜੋ ਕਿ ਸ਼ਾਇਦ ਮੀਡੀਆ ਦੇ ਸਾਹਮਣੇ ਨਹੀਂ ਆਈਆਂ, ਸ਼ਾਇਦ ਲੋਕਾਂ ਦੇ ਸਾਹਮਣੇ ਨਹੀਂ ਆਈਆਂ। ਪਰ ਹੁਣ ਤੁਹਾਡੇ ਥਰੂ ਸਾਨੂੰ ਉਹ ਗੱਲਾਂ ਸੁਣਨ ਦਾ ਤੇ ਸਾਡੇ ਦਰਸ਼ਕਾਂ ਨੂੰ ਉਹ ਗੱਲਾਂ ਸੁਣਨ ਦਾ ਮੌਕਾ ਮਿਲ ਰਿਹਾ। ਅਸੀਂ ਇਹ ਗੱਲ ਅੱਜ ਪਹਿਲੀ ਵਾਰ ਸੁਣੀਆਂ ਕਿ ਇਸ ਤਰ੍ਹਾਂ ਵੀ ਹੋਇਆ। ਜੀ, very strange, you know, very strange because this happened openly। ਤੇ ਸਾਡੇ ਕੋਲ ਤਾਂ ਵੀਡੀਓਜ਼ ਇਸ ਚੀਜ਼ ਦੀਆਂ, I can send video links। ਉਹ ਮੈਡੀਕਲ ਸਟਾਫ ਨੂੰ ਕੁੱਟਦੇ ਹੋਇਆਂ ਦੀ ਵੀਡੀਓਜ਼ ਹੈਗੀਆਂ, ਜਿਹਦਾ ਸਿਰ ਪਾੜਿਆ ਉਹਦੀ ਵੀਡੀਓ ਹੈਗੀ ਹੈ, ਪੁਲਿਸ ਵਾਲਿਆਂ ਨੂੰ ਟ੍ਰੀਟ ਕਰਦੇ ਹੋਏ ਉਹਨਾਂ ਦੀਆਂ ਵੀਡੀਓਜ਼ ਹੈਗੀਆਂ। ਸੋ ਸਭ ਕੁਝ ਹੋਇਆ ਉਸ ਦਿਨ ਉੱਥੇ ਹੀ। ਐਂਡ ਉਹੀ ਤਾਂ ਗੱਲ ਕਰ ਰਹੇ ਆਪਾਂ ਕਿ ਜਿਹੜਾ ਮੀਡੀਆ ਸੀ ਉਹ ਇਹ ਕਿਉਂ ਨਹੀਂ ਦਿਖਾ ਰਿਹਾ ਸੀ? ਬਿਲਕੁਲ, ਇਹ ਕਿਉਂ ਨਹੀਂ ਕਵਰ ਹੋ ਰਿਹਾ ਸੀਗਾ? ਮੀਡੀਆ ਉਹ ਤਾਂ ਦਿਖਾ ਰਿਹਾ ਹੈਗਾ ਜੋ ਫਾਰਮਰਸ ਨੇ ਗਲਤ ਕੀਤਾ। ਉੱਥੇ ਸਾਰੀ ਫੋਰਸ ਖੜੀ ਹੈ, ਲੱਖਾਂ ਦੀ ਮਤਲਬ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਪੁਲਿਸ ਵਾਲੇ ਹੈ, ਬਾਕੀ ਫੋਰਸ ਜਿਹੜੀ ਹੈਗੀਆਂ ਉਹ ਫੋਰਸਸ ਹੈਗੀਆਂ। ਗਵਰਨਮੈਂਟ ਵੱਲੋਂ ਕੋਈ ਮੈਡੀਕਲ ਅਰੇਂਜਮੈਂਟ ਨਹੀਂ ਸੀ ਉਹਨਾਂ ਲਈ, ਨਾ ਉੱਥੇ ਕੋਈ ਐਂਬੂਲੈਂਸ ਸੀ, ਨਾ ਡਾਕਟਰ ਸੀ। ਅਸੀਂ ਉੱਥੋਂ ਕਲੈਸ਼ਸ ਹੋਣ ਦੇ ਆਈ ਥਿੰਕ 2-3 ਘੰਟੇ ਤੱਕ ਤਾਂ ਉੱਥੇ ਸੀਗੇ, ਸ਼ਾਇਦ ਜ਼ਿਆਦਾ ਟਾਈਮ ਹੋਈ ਹੈ, ਬਟ 3 ਘੰਟੇ ਤਾਂ ਆਰਾਮ ਨਾਲ ਸੀਗੇ। 3-4 ਘੰਟੇ ਉੱਥੇ ਵਾਪਸ ਉੱਥੇ ਮੈਟਰੋ ਸਟੇਸ਼ਨ ਤੇ ਜਿੱਥੇ ਮੈਡੀਕਲ ਕੈਂਪ ਲੱਗਿਆ ਹੋਇਆ ਸੀ। ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਆਈ ਸੀ ਆਪਣੀਆਂ ਫੋਰਸਸ ਲਈ। ਆਪਣੇ ਹੀ ਬੰਦੇ ਜਿਹੜੇ ਸੀਗੇ, ਫਾਰਮਰਸ ਦੇ ਜਿਹੜੇ ਮੈਡੀਕਲ ਕੈਂਪ ਸੀਗਾ, ਉਹਨਾਂ ਨੂੰ ਟ੍ਰੀਟ ਕਰ ਰਿਹਾ ਸੀ। ਸੋ ਦਿਸ ਇਜ਼ ਵਾਟ ਹੈਪਨਡ। ਐਂਡ ਮੀਡੀਆ ਨੇ ਨਾ ਤਾਂ ਇਹ ਦਿਖਾਇਆ ਹੈ, ਨਾ ਮੀਡੀਆ ਨੇ ਉਹ ਦਿਖਾਇਆ ਕਿ ਕਿੰਨੀ ਚੰਗੀ ਤਰ੍ਹਾਂ ਇਹ ਸਭ ਕੁਝ ਹੋਇਆ, ਕਿੰਨਾ ਜੋਸ਼ ਨਾਲ ਕਿੰਨੇ ਲੋਕਾਂ ਨੇ ਵੈਲਕਮ ਕੀਤਾ। ਬਟ ਕਿਉਂਕਿ ਕਿਤੇ ਮੀਡੀਆ ਹੈ ਹੀ ਨਹੀਂ ਸੀ, ਪੂਰੇ ਟਿਕਰੀ ਤੋਂ ਲੈ ਕੇ ਨੰਗਲੋਈ ਦੇ ਅੱਗੇ ਤੱਕ ਅਸੀਂ ਪਹੁੰਚੇ ਹਾਂ, ਰਸਤੇ 'ਚ ਮੈਂ ਤਾਂ ਇੱਕ ਵੀ ਮੀਡੀਆ ਦਾ ਬੰਦਾ ਨਹੀਂ ਦੇਖਿਆ। ਬਟ ਇੰਟਰਸਟਿੰਗ ਚੀਜ਼ ਇਹ ਹੈ ਕਿ ਰੈੱਡ ਫੋਰਟ ਤੇ ਜਿੱਥੇ ਕਾਂਡ ਹੋਣਾ ਸੀਗਾ, ਜਿਹਦੇ ਕਰਕੇ ਸਾਰੀ ਪ੍ਰੋਬਲਮ ਹੋਈ ਹੈ, ਉੱਥੇ ਮੀਡੀਆ ਕਿਵੇਂ ਸੀਗਾ? ਉਹ ਵੀ ਰਾਈਟ ਟਾਈਮ ਤੇ, ਉਹ ਵੀ ਰਾਈਟ ਕੈਮਰਾ ਐਂਗਲਸ ਦੇ ਨਾਲ। ਸੋ ਇਹ ਤਾਂ ਸਾਰੀ ਸੋਚਣ ਵਾਲੀ ਗੱਲ ਹੈ। ਲੋਕਾਂ ਦੇ ਸਾਹਮਣੇ ਜਿਹੜਾ ਸੱਚ ਦਿਖਾਇਆ ਗਿਆ ਉਹ ਕਿੰਨਾ ਕੁ ਸੱਚ ਸੀ, ਇਹ ਸੋਚਣ ਵਾਲੀ ਗੱਲ ਹੈ। ਐਗਜ਼ੈਕਟਲੀ। ਹੋਰ ਕਿਤੇ ਤਾਂ ਮੀਡੀਆ ਪ੍ਰੈਜ਼ੈਂਟ ਹੀ ਨਹੀਂ ਸੀ, ਪੂਰੇ ਰਾਸਤੇ 'ਚ ਕਿਤੇ ਮੀਡੀਆ ਨਹੀਂ ਦਿਖਿਆ। ਪਰ ਰੈੱਡ ਫੋਰਟ ਜਿੱਥੇ ਕਿ ਫਾਰਮਰਸ ਨੇ ਜਾਣਾ ਤੱਕ ਨਹੀਂ ਸੀ, ਜਿਹੜਾ ਪਾਰਟ ਆਫ ਦਾ ਪਲਾਨ ਵੀ ਨਹੀਂ ਸੀ, ਉੱਥੇ ਮੀਡੀਆ ਕਰ ਕੀ ਰਿਹਾ ਸੀ? ਮਤਲਬ ਪਹਿਲੇ ਪਹੁੰਚੇ ਸੀ ਉੱਥੇ। ਪਹਿਲਾਂ ਕਿਵੇਂ ਮੀਡੀਆ ਨੂੰ ਪਤਾ ਸੀਗਾ ਕਿ ਇੱਥੇ ਹੋਏਗਾ, ਮਤਲਬ ਜਾਂ ਨਾ ਹੋਏਗਾ? ਮਤਲਬ ਥਿੰਗ ਇਸ ਕਿ ਜੇ ਉੱਥੇ ਕੁਝ ਹੋਣਾ ਨਹੀਂ ਸੀ ਤਾਂ ਉੱਥੇ ਮੀਡੀਆ ਕਰਨ ਕੀ ਗਿਆ ਸੀਗਾ? ਉਹ ਕਿਵੇਂ ਸਾਰਾ ਟੀਵੀ ਤੇ ਆ ਗਿਆ? ਸੋ ਉਹ ਸੋਚਣ ਵਾਲੀ ਗੱਲ ਇਹ ਹੈ ਕਿ ਜਾਂ ਤਾਂ ਫਿਰ ਇਹ ਹੋ ਸਕਦਾ ਹੈ ਕਿ ਪ੍ਰੀ ਪਲਾਨਡ ਸੀ ਸਾਰਾ ਕੁਝ, ਜੋ ਵੀ ਉੱਥੇ ਝੰਡਾ ਲਹਿਰਾਉਣ ਤੱਕ ਦੀ ਘਟਨਾ ਹੋਈ ਹੈ, ਇਹ ਸਾਰਾ ਕੁਝ ਪ੍ਰੀ ਪਲਾਨਡ ਸੀ। ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ 26 ਤੋਂ ਬਾਅਦ ਕਲੀਅਰ ਹੋਈਆਂ ਨੇ, ਲੋਕਾਂ ਤੱਕ ਸਾਹਮਣੇ ਆਈਆਂ ਨੇ, ਤੇ ਉਹ ਚਿਹਰੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਸੋ ਹੁਣ ਅੱਗੇ ਗੱਲ ਕਰਦੇ ਹਾਂ ਕਿ ਜਿਵੇਂ ਉਹ ਚਿਹਰੇ, ਜੇ ਅਸੀਂ ਦੀਪ ਸਿੱਧੂ ਦੀਆਂ, ਲੱਖਾ ਸਿਧਾਣੇ ਦੀ ਗੱਲ ਕਰਦੇ ਹਾਂ, ਕਿ ਇੱਕ ਵਾਰ ਤਾਂ ਉਹਨਾਂ ਨੂੰ ਸਟੇਜ ਤੇ ਬਾਈਕਾਟ ਕੀਤਾ ਜਾਂਦਾ ਹੈ ਸਾਡੇ ਲੀਡਰਸ ਦੇ ਵੱਲੋਂ, ਹੈ ਨਾ, ਤੇ ਦੂਸਰੇ ਪਾਸੇ 26 ਤੋਂ ਕਾਫੀ ਦਿਨਾਂ ਬਾਅਦ ਪਿੱਛੇ ਜੇ ਮਹਿਰਾਜ ਦੀ ਰੈਲੀ ਹੋਈ ਹੈ, ਉੱਥੇ ਵੀ ਲੱਖਾ ਸਿਧਾਣਾ ਆਇਆ ਤੇ ਰੈਲੀ ਦੇ ਵਿੱਚ ਪਹੁੰਚੇ ਨੇ, ਸਟੇਜ ਤੋਂ ਬੋਲ ਕੇ ਗਏ ਨੇ, ਤੇ ਉਹਨਾਂ ਤੇ ਇਨਾਮ ਵੀ ਸੀ, ਜਦ ਕਿ ਪੁਲਿਸ ਨੇ ਕੁਝ ਨਹੀਂ ਕੀਤਾ, ਉਹ ਆਏ, ਬੋਲੇ ਤੇ ਚਲੇ ਗਏ। ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਯੂਥ ਜਿਹੜਾ ਆ ਉਹ ਇਹਨਾਂ ਲੋਕਾਂ ਦੇ ਪਿੱਛੇ ਜ਼ਿਆਦਾ ਜਾ ਰਿਹਾ ਹੈ ਤੇ ਲੀਡਰਸ ਤੇ ਯੂਥ ਦੇ ਵਿੱਚ ਗੈਪ ਵੱਧ ਰਿਹਾ? ਅਸੀਂ 2-3 ਚੀਜ਼ਾਂ ਇਹਦੇ 'ਚ। ਇੱਕ ਤਾਂ ਜੇ ਲੱਖਾ ਸਿਧਾਣਾ ਐਕਚੁਅਲੀ ਕਲਪ੍ਰਿਟ ਹੈ, ਮੈਨੂੰ ਨਹੀਂ ਪਤਾ ਹੈ ਜਾਂ ਨਹੀਂ ਹੈ, ਤੇ ਜੇ ਉਹਨਾਂ ਦੇ ਨਾਮ ਤੇ ਇਨਾਮ, ਉਹਨਾਂ ਦੇ ਸਿਰ ਤੇ ਇਨਾਮ ਹੈ, ਸਭ ਕੁਝ ਹੈ, ਤਾਂ ਫਿਰ ਉਹ ਓਪਨਲੀ ਕਿਵੇਂ ਘੁੰਮ ਰਿਹਾ ਬਿਨਾਂ ਕਿਸੇ ਸਪੋਰਟ ਤੋਂ, ਬਿਨਾਂ ਕਿਸੇ ਸ਼ੈ ਤੋਂ? ਬਹੁਤ ਵੱਡਾ ਕੁਐਸਚਨ ਹੈ ਜੋ ਸਾਡੇ ਸਾਰਿਆਂ ਦੇ ਮਨਾਂ ਵਿੱਚ ਹੈ ਕਿ ਉਹ ਓਪਨਲੀ ਕਿਵੇਂ ਘੁੰਮ ਰਿਹਾ ਹੈ, ਓਪਨਲੀ ਰੈਲੀ ਕਿਵੇਂ ਕਰ ਸਕਦਾ ਹੈ? ਉਹ ਜਿਨ੍ਹਾਂ ਦੇ ਕੁਝ ਕੀਤਾ ਵੀ ਨਹੀਂ ਹੈ, ਜਿਨ੍ਹਾਂ ਨੇ ਸਿਰਫ ਇੱਕ ਟਵੀਟ ਕਰਤਾ ਜਾਂ ਇੱਕ ਕੁਝ ਲਿਖ ਦਿੱਤਾ, ਉਹਨਾਂ ਨੂੰ ਤਾਂ ਆਪਾਂ ਜੇਲ੍ਹ 'ਚ ਚੱਕ ਕੇ ਪਾ ਰਹੇ ਹੈਗੇ ਆ, ਉਹਨਾਂ ਨੂੰ ਆਪਾਂ ਬੈਂਗਲੌਰ ਤੋਂ ਚੱਕ ਕੇ ਦਿੱਲੀ ਲੈ ਕੇ ਆ ਰਹੇ ਹੈਗੇ ਆ, ਸਭ ਕੁਝ ਕਰ ਰਹੇ ਆ। ਪਰ ਇਹ ਫ੍ਰੀ ਕਿਵੇਂ ਹੈ? ਸੈਕਿੰਡ ਚੀਜ਼, ਤੁਸੀਂ ਕਿਹਾ ਕਿ ਮਹਿਰਾਜ ਦੀ ਇੰਨੀ ਵੱਡੀ ਰੈਲੀ ਹੋਈ ਸੀ, ਉੱਥੇ ਇੰਨੇ ਲੋਕੀ ਆਏ ਆ। ਟੂ ਬੀ ਵੈਰੀ ਓਨੈਸਟ, ਮੈਨੂੰ ਉਸ ਰੈਲੀ ਬਾਰੇ
ਥੋੜਾ ਬਹੁਤ ਪਤਾ ਹੈ, ਕੋਈ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ। ਪਰ ਜਿੰਨਾ ਕਿ ਮੈਂ ਦੇਖਿਆ, ਮੈਂ ਕੁਝ ਵੀਡੀਓ ਕਲਿੱਪਿੰਗਸ ਦੇਖੀਆਂ ਸੀਗੀਆਂ ਜਿੱਥੇ ਲੋਕਾਂ ਦਾ ਕਾਈਂਡ ਆਫ ਫੀਡਬੈਕ ਸੀਗਾ ਜੀ, ਉਹਨਾਂ ਨੂੰ ਇਹ ਨਹੀਂ ਪਤਾ ਸੀ ਉੱਥੇ ਕਰ ਕੀ ਰਹੇ ਯੂ نو, ਉਹਨਾਂ ਨੂੰ ਉਹ ਰੈਲੀ ਤੇ ਗਏ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਚੀਜ਼ ਦੀ ਰੈਲੀ ਹੋ ਰਹੀ ਹੈ ਤੇ ਉਹ ਕਿਉਂ ਆਏ ਹੋਏ ਹੈ। ਸੋ ਵਿਚ ਅਗੇਨ ਰੇਜ਼ਸ ਕੁਐਸਚਨਸ। ਸੋ ਅਗੇਨ ਆਈ ਸੈਡ ਕਿ ਮੈਨੂੰ ਬਹੁਤ ਨਹੀਂ ਪਤਾ ਕਿ ਉਹਨਾਂ ਨੂੰ ਐਕਚੁਅਲੀ ਉੱਥੇ ਕਿਵੇਂ ਲਿਜਾਇਆ ਗਿਆ ਸੀ ਜਾਂ ਕੀ ਹੋਇਆ ਸੀ ਜਾਂ ਕਿਵੇਂ ਇੰਨੀ ਵੱਡੀ ਰੈਲੀ ਹੋਈ। ਤੀਸਰੀ ਚੀਜ਼ ਤੁਸੀਂ ਕਹੀ ਸੀ ਕਿ ਆਗੂਆਂ ਦੇ ਵਿੱਚ ਤੇ ਯੂਥ ਦੇ ਵਿੱਚ ਕੋਈ ਉਹ ਹੋ ਰਿਹਾ ਹੈਗਾ। ਦੇਖੋ, ਸ਼ੁਰੂ ਤੋਂ ਲੱਖਾ ਸਿਧਾਣਾ ਤੇ ਦੀਪ ਦੇ ਨਾਲ ਪ੍ਰੋਬਲਮ ਹੀ ਇਹ ਰਹੀ ਹੈਗੀ ਆ ਆਗੂਆਂ ਦੀ ਕਿ ਉਹ ਯੂਥ ਨੂੰ ਇਨਸਟੀਗੇਟ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਯੂਥ ਨੂੰ ਇਨਸਟੀਗੇਟ ਕਰਨਾ ਬੜਾ ਸੌਖਾ ਹੁੰਦਾ ਹੈ ਯੂ نو, ਬਿਕੋਜ਼ ਆਫ ਕੋਰਸ ਯੂਥ ਦੇ ਵਿੱਚ ਇੱਕ ਜੋਸ਼ ਹੁੰਦਾ ਹੈ ਤੇ ਜਿਹੜੇ ਸੀਨੀਅਰ ਆਗੂ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਹੋਸ਼ ਹੁੰਦਾ ਹੈ। ਇਹ ਅੰਦੋਲਨ ਜਿਹੜਾ ਆਪਣਾ ਅੱਜ ਇੱਥੇ ਤੱਕ ਪਹੁੰਚਿਆ ਹੈਗਾ ਉਹ ਇਸੇ ਲਈ ਪਹੁੰਚ ਪਾਇਆ ਕਿਉਂਕਿ ਇੱਥੇ ਜੋਸ਼ ਤੇ ਹੋਸ਼ ਤੋਂ ਦੋਨਾਂ ਤੋਂ ਕੰਮ ਲਿਆ ਗਿਆ। ਬਿਲਕੁਲ। ਤੇ ਬੜੇ ਬੈਲੈਂਸ ਤਰੀਕੇ ਨਾਲ ਕੰਮ ਲਿਆ ਗਿਆ। ਜਿੱਥੇ ਜਿੱਥੇ ਜੋਸ਼ ਦੀ ਲੋੜ ਸੀ, ਬੈਰੀਕੇਡ ਤੋੜਨੇ ਸੀ ਜਾਂ ਯੂ نو ਸੇਵਾ ਕਰਨੀ ਸੀ ਜਾਂ ਉੱਥੇ ਅਰੇਂਜਮੈਂਟ ਕਰਨੇ ਸੀ, ਉੱਥੇ ਯੂਥ ਨੇ ਬਹੁਤ ਕੰਮ ਕੀਤਾ। ਜਿੱਥੇ ਸਟ੍ਰੈਟਜੀ ਪਲਾਨ ਕਰਨੀ ਸੀ, ਗਵਰਨਮੈਂਟ ਨਾਲ ਕਿਵੇਂ ਡੀਲ ਕਰਨਾ ਹੈਗਾ, ਹੋਸ਼ ਦੀ ਲੋੜ ਸੀਗੀ, ਉੱਥੇ ਪੀਸ ਕਿਵੇਂ ਬਣਾ ਕੇ ਰੱਖਣਾ ਹੈ, ਉੱਥੇ ਆਪਣੇ ਸੀਨੀਅਰਸ ਨੇ ਕੰਮ ਕੀਤਾ ਹੈ। ਸੋ ਇਹ ਜੋਸ਼ ਤੇ ਹੋਸ਼ ਦਾ ਕੰਬੀਨੇਸ਼ਨ ਜਿਹੜਾ ਹੈ ਆਪਾਂ ਨੂੰ ਅੱਜ ਇੱਥੇ ਤੱਕ ਲਿਆ ਕੇ ਬਿਠਾ ਸਕਦਾ। ਪਰ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੇ ਸ਼ੁਰੂ ਤੋਂ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂ ਤੋਂ ਯੂਥ ਨੂੰ ਇਨਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹਾਲੇ ਵੀ ਉਹੀ ਹੋ ਰਿਹਾ ਹੈਗਾ। ਸੋ ਇਸ ਟਾਈਮ ਤੇ ਜਦੋਂ ਯੂਨਿਟੀ ਦੀ ਲੋੜ ਹੈਗੀ ਹੈ, ਇਹ ਲੋਕ ਆਪਾਂ ਨੂੰ ਬੇਸਿਕਲੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਆਈ ਥਿੰਕ ਐਵਰੀਬਡੀ ਹੈਜ਼ ਟੂ ਬੀ ਅਵੇਅਰ ਆਫ ਦਿਸ ਕਿ ਇਸ ਟਾਈਮ ਤੇ ਕਿਸਾਨ ਅੰਦੋਲਨ ਨੂੰ ਜੇ ਸਕਸੈਸਫੁਲ ਕਰਨਾ ਹੈ ਤਾਂ ਇਕੱਠੇ ਰਹਿਣਾ ਬਹੁਤ ਲੋੜ ਹੈ, ਇਕੱਠੇ ਰਹਿਣ ਦੀ ਬਹੁਤ ਲੋੜ ਹੈ। ਇਹਨਾਂ ਚੀਜ਼ਾਂ ਤੋਂ ਇਨਸਟੀਗੇਟ ਹੋ ਕੇ ਇਸ ਨੂੰ ਟੁੱਟਣ ਨਾ ਦਿਓ ਜੀ। ਸੋ ਮੈਮ, ਹੁਣ ਵੇਲਾ ਜਿਹੜਾ ਆ ਉਹ ਜਾਣ ਦਾ ਹੋ ਰਿਹਾ ਹੈ ਕਿਉਂਕਿ ਸਮਾਂ ਬਿਲਕੁਲ ਥੋੜਾ ਰਹਿ ਗਿਆ ਸਾਡੇ ਕੋਲ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਸੋ ਮੈਸੇਜ ਪੂਜਾ ਮੈਂ ਇਹੀ ਦੇ ਸਕਦੀ ਹਾਂ ਕਿ ਇੱਕ ਤਾਂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ। ਜੋ ਜਿੱਥੇ ਜਿੱਥੇ ਬੈਠਾ ਹੈ, ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਅੰਦੋਲਨ 'ਚ ਜਾ ਕੇ ਕੰਮ ਕਰਨ ਦੀ ਲੋੜ ਹੈ। ਤੁਸੀਂ ਘਰੇ ਬੈਠੇ ਵੀ ਬਹੁਤ ਕੁਝ ਕਰ ਸਕਦੇ ਹੋ। ਸੋਸ਼ਲ ਮੀਡੀਆ ਦੀ ਸਪੋਰਟ ਲਓ, ਆਸ-ਪਾਸ ਲੋਕਾਂ ਨੂੰ ਜਾਗਰੂਕ ਕਰੋ, ਜਿਨ੍ਹਾਂ ਨੂੰ ਗਲਤਫਹਿਮੀ ਉਹਨਾਂ ਦੀ ਗਲਤਫਹਿਮੀ ਦੂਰ ਕਰੋ। ਦੂਸਰੀ ਚੀਜ਼ ਹੈ ਕਿ ਜੇ ਤੁਸੀਂ ਉੱਥੇ ਜਾ ਕੇ ਹੈਲਪ ਕਰ ਸਕਦੇ ਆ, ਜਾ ਕੇ ਹੈਲਪ ਕਰੋ। ਇਸ ਅੰਦੋਲਨ ਨੂੰ ਇਸ ਟਾਈਮ ਤੇ ਹਰੇਕ ਦੀ ਲੋੜ ਹੈ, ਤੁਹਾਡੀ ਸਭ ਦੀ ਮਦਦ ਦੀ ਲੋੜ ਹੈਗੀ ਹੈ। ਆਪਣੇ ਕਿਸਾਨ ਉੱਥੇ ਬੜੀਆਂ ਔਖੀਆਂ ਹਾਲਤਾਂ 'ਚ ਬੈਠੇ ਹੈ। ਜੇ ਤੁਹਾਡੇ ਕੋਈ ਆਸ-ਪਾਸ ਲੋਕ ਜਾ ਰਹੇ ਆ ਜਿਹੜੇ ਉੱਥੇ ਜਾ ਕੇ ਕੰਮ ਕਰ ਰਹੇ ਹੈ, ਅਰੇਂਜਮੈਂਟਸ ਕਰ ਰਹੇ ਆ, ਉਹਨਾਂ ਨੂੰ ਡੋਨੇਸ਼ਨਸ ਦੇ ਸਕਦੇ ਹੋ, ਡੋਨੇਸ਼ਨਸ ਦਿਓ। ਪਰ ਸਾਰੇ ਆਪਣੇ ਘਰਾਂ 'ਚੋਂ ਬਾਹਰ ਆਓ, ਸਾਰੇ ਇੱਕ ਵਾਰ ਆ ਕੇ ਇਸ ਚੀਜ਼ ਦਾ ਹਿੱਸਾ ਬਣੋ। ਇਹ ਸਿਰਫ ਕਿਸਾਨੀ ਦੀ ਲੜਾਈ ਨਹੀਂ ਰਹਿ ਗਈ, ਇਹ ਲੋਕਤੰਤਰ ਦੀ ਲੜਾਈ ਹੋ ਚੁੱਕੀ ਹੈ। ਪੂਰੇ ਦੇਸ਼ ਨੂੰ ਇਕੱਠੇ ਅੱਗੇ ਆਉਣ ਦੀ ਲੋੜ ਹੈ। ਉਸ ਤੋਂ ਬਿਨਾਂ ਜਿੰਨੀਆਂ ਲੇਡੀਜ਼ ਹੈ, ਇੱਕ ਲੇਡੀਜ਼ ਨੂੰ ਅਪੀਲ ਹੈ ਕਿ ਜਿੰਨਾ ਅੱਗੇ ਆ ਕੇ ਕੰਮ ਕਰ ਸਕਦੇ ਹੋ ਕਰੋ। ਤੁਹਾਡੀ ਲੋੜ ਹੈ ਇਸ ਟਾਈਮ ਤੇ। ਕੋਈ ਸੇਫਟੀ ਦਾ ਇਸ਼ੂ ਨਹੀਂ ਹੈ। ਅਸੀਂ ਜਾਂਦੇ ਹਾਂ ਉੱਥੇ, ਰਾਤਾਂ ਨੂੰ ਵੀ ਰਹਿੰਦੇ ਹਾਂ, ਦਿਨ ਸਵੇਰੇ ਤੱਕ ਕੇ ਸ਼ਾਮੀ ਵੀ ਵਾਪਸ ਆਉਂਦੇ ਹਾਂ। ਬਹੁਤ ਸੇਫ ਹੈ, ਜੋ ਕੰਮ ਕਰ ਸਕਦੇ ਹੋ ਕਰੋ। ਸੋ ਬਹੁਤ-ਬਹੁਤ ਧੰਨਵਾਦ ਮੈਮ ਕਿ ਤੁਸੀਂ ਅੱਜ ਇੱਥੇ ਆਏ ਹੋ ਔਰ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਸਾਡੇ ਨਾਲ ਸਾਂਝਾ ਕੀਤੀਆਂ। ਔਰ ਕੁਝ ਗੱਲਾਂ ਅਜਿਹੀਆਂ ਸੀ ਕਿ ਹਜੇ ਤੱਕ ਸਾਨੂੰ ਨਹੀਂ ਪਤਾ ਸੀ ਜਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸੀ ਤੇ ਉਹ ਗੱਲਾਂ ਜਿਹੜੀਆਂ ਨੇ ਸਾਨੂੰ ਅੱਜ ਸੁਣਨ ਨੂੰ ਮਿਲੀਆਂ ਨੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਪੂਜਾ, ਥੈਂਕ ਯੂ ਦਵਿੰਦਰ ਫॉर ਗਿਵਿੰਗ ਮੀ ਦਿਸ ਚਾਂਸ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਡ ਜੀ ਨੂੰ ਇਜਾਜ਼ਤ ਦਿਓ ਤੇ ਨਾਲ ਹੀ ਨਾਲ ਤੁਸੀਂ ਸਾਡਾ YouTube ਚੈਨਲ ਐਂਡ Facebook ਪੇਜ ਵੀ ਲਾਈਕ ਕਰ ਦੇਣਾ ਆ। ਤੇ ਹੁਣ ਜਾਣ ਦਾ ਵੇਲਾ ਹੋ ਚੱਲਿਆ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV।